ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਅੱਗੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ। ਗੱਲਬਾਤ ਅਸੀਂ ਸ਼ੁਰੂ ਕਰਾਂਗੇ ਪੰਜਾਬ ਸਰਕਾਰ ਤੋਂ ਕਿ ਪੰਜਾਬ ਸਰਕਾਰ ਦੇ ਵਿੱਚ ਜਿਹੜੀ ਚਰਚਾ ਕੈਪਟਨ ਅਮਰਿੰਦਰ ਸਿੰਘ ਵੇਲੇ ਹੁੰਦੀ ਸੀ ਕਿ ਆਪਣਿਆਂ ਨੂੰ ਖੁਸ਼ ਕੀਤਾ ਜਾ ਰਿਹਾ, ਆਪਣਿਆਂ ਨੂੰ ਨੌਕਰੀਆਂ ਵੰਡੀਆਂ ਜਾ ਰਹੀਆਂ ਨੇ, ਘਰ ਘਰ ਰੁਜ਼ਗਾਰ ਆਪਣਿਆਂ ਤੱਕ ਪਹੁੰਚ ਰਿਹਾ, ਉਹੀ ਕੁਝ ਇਨ ਬਿਨ ਜਿਹੜਾ ਉਹ ਚੰਨੀ ਸਰਕਾਰ ਦੇ ਵਿੱਚ ਨਜ਼ਰ ਆ ਰਿਹਾ। ਸੁਖਜਿੰਦਰ ਸਿੰਘ ਰੰਧਾਵਾ ਦੇ ਜਵਾਈ ਨੂੰ ਜਿਸ ਤਰੀਕੇ ਨਾਲ ਐਡੀਸ਼ਨਲ ਏਜੀ ਲਗਾਇਆ ਗਿਆ ਤੇ ਉਧਰਲੇ ਪਾਸੇ ਨਵਜੋਤ ਸਿੰਘ ਸਿੱਧੂ ਜਿਸ ਤਰੀਕੇ ਨਾਲ ਉਹ ਪ੍ਰੈਸ ਕਾਨਫਰੰਸਾਂ ਕਰ ਕਰਕੇ ਆਪਣੀ ਸਰਕਾਰ ਦੇ ਪੋਤੜੇ ਫਰੋਲ ਰਹੇ ਨੇ, ਇਹ ਵੀ ਆਪਣੇ ਵਿੱਚ ਇੱਕ ਅਹਿਮੀਅਤ ਰੱਖਦੇ ਨੇ ਕਿ ਆਖਿਰਕਾਰ ਨਵਜੋਤ ਸਿੰਘ ਸਿੱਧੂ ਦੀ ਆਪਣੀ ਸਰਕਾਰ ਦੇ ਵਿੱਚ ਸੁਣਵਾਈ ਕਿਉਂ ਨਹੀਂ ਹੋ ਰਹੀ, ਜਦੋਂ ਕਹਿੰਦੇ ਨੇ ਕਿ ਕਿਸੇ ਇੱਕ ਨੂੰ ਚੁਣ ਲਓ। ਤੇ ਦੂਜੇ ਬੰਨੇ ਬੇਅਦਬੀ ਵਾਲੇ ਮਸਲੇ ਉਹ ਵੀ ਕਾਫੀ ਉੱਭਰਦੇ ਜਾ ਰਹੇ ਨੇ। ਕੋਟਪੂਰਾ ਗੋਲੀकांड ਮਾਮਲਾ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ, ਹਾਈ ਕੋਰਟ ਦੇ ਵਿੱਚ ਉੱਥੇ ਕੁਐਸ਼ ਹੋਇਆ, ਜੋ ਕੁਝ ਹੋਇਆ ਸੀ। ਉਸ ਤੋਂ ਬਾਅਦ ਸੁਪਰੀਮ ਕੋਰਟ ਸੁਣਵਾਈ ਹੋਈ, ਸਰਕਾਰ ਪਹੁੰਚੀ, ਕੀ ਕੁਝ ਹੋਇਆ। ਰਾਮ ਰਹੀਮ ਤੋਂ ਪੁੱਛਗਿੱਛ ਹੋ ਰਹੀ ਹੈ। ਇਹ ਵੀ ਇੱਕ ਵੱਡੀ ਕੜੀ ਜਿਹੜੀ ਹੈ ਇਸ ਪੂਰੇ ਮਾਮਲੇ ਦੇ ਵਿੱਚ ਰਲਦੀ ਆ ਕਿ ਰਾਮ ਰਹੀਮ ਕਿਸ ਤਰ੍ਹਾਂ ਦੇ ਖੁਲਾਸੇ ਕਰਦਾ, ਉਹਨੂੰ ਲੈ ਕੇ ਫਿਰ ਪੰਜਾਬ ਦੀ ਸਿਆਸਤ ਕਿਸ ਤਰ੍ਹਾਂ ਬਦਲਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ। ਤੇ ਨਾਲੋਂ ਨਾਲ ਗੱਲ ਕਿਸਾਨਾਂ ਦੀ ਵੀ ਹੋਏਗੀ ਕਿ ਲਖੀਮਪੁਰ ਘਟਨਾ ਨੂੰ ਲੈ ਕੇ ਮਾਣਯੋਗ ਸੁਪਰੀਮ ਕੋਰਟ ਨੇ ਕਿਸ ਤਰ੍ਹਾਂ ਫਟਕਾਰ ਲਾਈ ਹੈ ਯੂਪੀ ਸਰਕਾਰ ਨੂੰ। ਤੇ ਹੋਰ ਵੀ ਖਬਰਾਂ ਅਸੀਂ ਨਾਲੋਂ ਨਾਲ ਚਰਚਾ ਦੇ ਵਿੱਚ ਰੱਖਾਂਗੇ ਜਿਹੜੀਆਂ ਵੱਡੀਆਂ ਰਹੀਆਂ ਦਿਨ ਭਰ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ। ਪ੍ਰੋਫੈਸਰ ਸਾਹਿਬ, ਕਿੱਦਾਂ ਦੇਖਦੇ ਹੋ ਘਰ ਘਰ ਰੁਜ਼ਗਾਰ ਦੀ ਭਾਸ਼ਾ? ਇੱਕ ਚਿੱਠੀ ਨਿਕਲੀ ਤੇ ਉਸ ਚਿੱਠੀ ਨੇ ਬਵਾਲ ਮਚਾ ਦਿੱਤਾ ਕਾਂਗਰਸ ਦੀ ਸਿਆਸਤ ਦੇ ਵਿੱਚ। ਦੇਖੋ ਸੁਖਵਿੰਦਰ ਜੀ, ਜਿਹੜੀ ਰੰਧਾਵੇ ਦੀ ਤੁਸੀਂ ਗੱਲ ਕੀਤੀ ਹੈਗੀ, ਉਹ ਹੋਮ ਮਿਨਿਸਟਰ ਹੈਗੇ ਆ। ਔਰ ਇਹੋ ਜੀ ਗੱਲ ਇੰਨਾ ਜਦੋਂ ਇਲੈਕਸ਼ਨ ਨੇੜੇ ਆ ਗਈ ਤੇ ਐਡੀਸ਼ਨਲ ਏਡੀਜੀ ਜਾਨੀ ਏਡੀਜੀਪੀ ਹੋ ਗਿਆ ਨਾ, ਏਜੀ ਤੇ ਐਡੀਸ਼ਨਲ ਏਏਜੀ ਐਡੀਸ਼ਨਲ ਏਜੀ, ਉਹ ਲਵਾਉਣ ਦਾ ਕੀ ਐਡਾ ਮਕਸਦ ਹੱਲ ਹੋਣਾ ਸੀਗਾ? ਤੁਸੀਂ 30 ਦੇਣੇ ਆ, 32 ਦੇਣੇ ਆ, ਜਾਂ 40 ਦੇਣੇ ਆ, ਜਾਂ 1.5 ਮਹੀਨਾ ਵੀ ਲਾ ਲਓ, ਕਿੰਨਾ ਕਹੇਗਾ? ਕੁਛ ਵੀ ਦਿਨ ਨਹੀਂ ਹੈਗੇ। ਉਦੋਂ ਬਾਅਦ ਕੋਡ ਲੱਗ ਜਾਣਾ, ਉਦੋਂ ਬਾਅਦ ਕੋਈ ਫੰਕਸ਼ਨ ਕਿਸੇ ਕਿਸਮ ਦਾ ਰਹਿਣਾ ਨਹੀਂ, ਫਿਰ ਨਵੀਂ ਸਰਕਾਰ ਆਉਣੀ। ਪਤਾ ਨਹੀਂ ਇਹ ਕਿਵੇਂ ਕਿਸ ਦਬਾਅ ਥੱਲੇ ਆ, ਪਰ ਰਾਜਨੀਤਿਕ ਤੌਰ ਤੇ ਇਹ ਬਿਲਕੁਲ ਹੀ ਰੂਲਿੰਗ ਕਾਂਗਰਸ ਨੂੰ ਘੱਟੋ ਘੱਟ ਇਹ ਚੀਜ਼ ਸੂਟ ਨਹੀਂ ਕਰਦੀ ਰਾਜਨੀਤਿਕ ਤੌਰ ਤੇ, ਪਰ ਵੈਸੇ ਵੀ ਨਮੋਸ਼ੀ ਵਾਲੀ ਗੱਲ ਵੀ ਹੈ। ਰੰਧਾਵਾ ਸਾਹਿਬ ਮਤਲਬ ਉਹਨਾਂ ਹੋਮ ਮਿਨਿਸਟਰਾਂ ਚੋਂ ਆ ਜਾਂ ਉਹੋ ਜਿਹੇ ਕਾਂਗਰਸੀ ਆ ਜਿਨ੍ਹਾਂ ਦੀ ਛਵੀ ਬੜੀ ਠੀਕ ਠਾਕ ਮੰਨੀ ਜਾਂਦੀ ਆ। ਪੁਰਾਣੇ ਉਹਨਾਂ ਦੇ ਪਿਤਾ ਜੀ ਉਹ ਖੁਦ ਹੀ ਦੱਸ ਰਹੇ ਸੀ, ਅਸੀਂ ਇੱਕ ਪੂਰਾ ਹਿਸਟਰੀ ਹੈਗੀ ਆ ਠੀਕ ਠਾਕ ਜਿਹੜੇ ਕਾਂਗਰਸੀਆਂ ਚੋਂ, ਉਹਨਾਂ ਚੋਂ। ਹੁਣ ਇਹੋ ਜਿਹੇ ਮੌਕੇ ਤੇ ਆ ਕੇ ਤੁਸੀਂ ਖੁਦ ਹੋਮ ਮਿਨਿਸਟਰ ਹੈਗੇ ਆ ਤੇ ਪਾਵਰਫੁਲ ਪੋਜੀਸ਼ਨ ਤੇ ਆ, ਇਹ ਕੁਝ ਕਰਨੀ ਲੋਕਾਂ ਨੂੰ ਐਂ ਲੱਗਦਾ ਕਿ ਜਿਵੇਂ ਆਪਣਿਆਂ ਨੂੰ ਬਾਰ-ਬਾਰ ਲੱਡੂ ਵੰਡਣ ਵਾਲੀ ਗੱਲ ਹੈਗੀ ਆ। ਲੋਕ ਬੜੇ ਪਰੇਸ਼ਾਨ ਹੈਗੇ, ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਕਿਵੇਂ ਅੱਜ ਵੀ ਉਹ ਪੀਟੀਆਈ ਟੀਚਰਸ, ਮੈਨੂੰ ਫੋਨ ਆਉਂਦਾ ਰਹਿੰਦਾ ਕਿ ਉਹ ਟੈਂਕੀ ਦੇ ਉੱਤੇ ਚੜੇ ਹੋਏ ਆ, ਕਿੰਨੇ ਦਿਨਾਂ ਦੇ ਤੋਂ ਮਹੀਨਾ ਹੋਣ ਵਾਲਾ ਉਹਨਾਂ ਦਾ, ਇੰਨੀ ਹੁਣ ਗਾਂ ਠੰਡ ਆ ਗਈ, ਉਹਦੇ ਚ ਔਰਤਾਂ ਵੀ ਹੈਗੀਆਂ, ਬੱਚੀਆਂ ਵੀ ਹੈਗੀਆਂ। ਇਥੋਂ ਲੈ ਕੇ ਸਾਰੇ ਪੰਜਾਬ ਦਾ ਅੱਜ ਵੀ ਜਿਹੜਾ ਕਿਵੇਂ ਟੀਚਰ ਬੈਠੇ ਹੋਏ ਸੀਗੇ ਬਾਹਰ, ਉੱਥੇ ਐਜੂਕੇਸ਼ਨ ਮਿਨਿਸਟਰ ਪ੍ਰਗਟ ਸਿੰਘ ਦੇ ਘਰ ਦੇ ਬਾਹਰ, ਜਿਹਨੂੰ ਇਹ ਦੱਸਿਆ ਜਾ ਕੇ ਨਵਜੋਤ ਸਿੰਘ ਸਿੱਧੂ ਨੇ ਕਿ ਕੋਈ ਨਹੀਂ ਤੁਸੀਂ 7 ਵਜੇ ਪ੍ਰਗਟ ਸਿੰਘ ਨਾਲ ਗੱਲ ਕਰ ਲਿਓ, ਮੈਂ ਉਹਨਾਂ ਨੂੰ ਕਹਿ ਦੇਣਾ। ਇਹ ਸਾਰੇ ਕੁਛ ਜਦੋਂ ਇੰਨੇ ਵੱਡੇ ਪੱਧਰ ਤੇ ਬੇਰੁਜ਼ਗਾਰੀ ਹੋਰ ਸਾਰੀ ਹੈਗੀ ਹੈ, ਤੇ ਪਹਿਲਾਂ ਵੀ ਇਹਨਾਂ ਨੇ ਇੰਜ ਕੀਤਾ ਸੀਗਾ। ਸ਼ੁਰੂ ਚ ਇੱਕ ਇਹੋ ਜਿਹੀ ਨੌਕਰੀ ਦਿੱਤੀ ਸੀ ਉਹ ਬੇਅੰਤ ਸਿੰਘ ਦੇ ਪਰਿਵਾਰ ਨੂੰ, ਹੁਣ ਉਹ ਫੇਰ ਇਸ ਕਿਸਮ ਦਾ ਸ਼ੁਰੂ ਕਰਤਾ। ਇਹਦਾ ਕੋਈ ਬਹੁਤਾ ਫਾਇਦਾ ਹੋਣ ਦੀ ਜਗ੍ਹਾ ਨੁਕਸਾਨ ਰਾਜਨੀਤਿਕ ਤੌਰ ਤੇ ਜ਼ਿਆਦਾ ਹੋਊਗਾ। ਬਾਕੀ ਪੋਲੀਟੀਕਲ ਪਾਰਟੀਆਂ ਨੂੰ ਇੱਕ ਵੱਡਾ ਹਥਿਆਰ ਹੁਣ ਇਸ ਗੱਲ ਲਈ, ਕੁੱਟਣ ਲਈ, ਪਿੱਟਣ ਲਈ, ਇਹ ਸਾਰਾ ਕੁਝ ਹਥਿਆਰ ਮਿਲ ਗਿਆ। ਇਸ ਗੱਲ ਤੇ ਬਚਾਓ ਕੀਤਾ ਜਾ ਸਕਦਾ ਸੀਗਾ। ਪਤਾ ਨਹੀਂ ਕਿਉਂ ਕਿਸ ਕਿਸਮ ਨੇ ਕਿਹਨੇ ਸਲਾਹ ਦਿੱਤੀ, ਕਿਸ ਨਤੀਜੇ ਚ, ਕਿਸ ਇੰਪ੍ਰੈਸ਼ਨ ਦੇ ਥੱਲੇ ਸਾਰਾ ਕੁਝ ਕੀਤਾ ਗਿਆ। ਸੁਖਵਿੰਦਰ, ਇਹਦਾ ਮੈਨੂੰ ਲੱਗਦਾ ਕਿ ਸਰਕਾਰ ਨੂੰ ਵੀ ਔਰ ਖੁਦ ਉਹਨਾਂ ਨੂੰ ਜਾਤੀ ਤੌਰ ਤੇ ਵੀ ਕੋਈ ਬਹੁਤਾ ਫਾਇਦਾ ਇਸ ਗੱਲ ਦਾ ਨਹੀਂ ਹੈ। ਚੰਗੀ ਗੱਲ ਇਹ ਹੋਊਗੀ ਕਿ ਇਹਦੋਂ ਪਹਿਲਾਂ ਕਿ ਰੋਜ਼ ਹੋਰ ਇੱਕ ਮੁੱਦਾ ਬਣੇ, ਉਹਨਾਂ ਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ। ਤੁਹਾਨੂੰ ਪਤਾ ਕਿ ਇਸੇ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਦੇ ਬੇਟੇ ਨੂੰ ਵੀ ਕੋਈ ਇਸ ਤਰੀਕੇ ਨਾਲ ਕਿਸੇ ਵੇਲੇ ਕੋਈ ਨੌਕਰੀ ਛੋਟੀ ਮੋਟੀ ਦਿੱਤੀ ਸੀ, ਪਰ ਉਹਨਾਂ ਨੇ ਤੁਰੰਤ ਰਿਜ਼ਾਈਨ ਕਰ ਦਿੱਤਾ ਸੀ। ਜਿਹੜਾ ਮੋਰਲ ਹਾਈ ਸਟੈਂਡ ਰੱਖਣਾ, ਉਹ ਇਲੈਕਸ਼ਨ ਦੇ ਘੱਟੋ ਘੱਟ ਇਹੋ ਜਿਹੇ ਸਮੇਂ ਦੇ ਦੌਰਾਨ ਤੇ ਬਿਲਕੁਲ ਹੀ, ਵੈਸੇ ਤੇ ਕਦੀ ਵੀ ਨਹੀਂ ਇਹੋ ਜਿਹੀ ਗਲਤੀ ਕਰਨੀ ਚਾਹੀਦੀ। ਇਹ ਸਰਕਾਰਾਂ ਹੀ ਆਪਣੇ ਰਿਸ਼ਤੇਦਾਰਾਂ ਨੂੰ ਸੈੱਟ ਕਰਨ ਲਈ ਥੋੜੀ ਸਰਕਾਰ ਬਣਾਉਂਦੇ,
ਇਹ ਤੇ ਪੰਜਾਬ ਹੂੰ। ਸਾਰੇ ਨੂੰ ਸੈੱਟ ਕਰਨਾ, ਉਹ ਵਾਅਦੇ ਕਰਕੇ ਅਸੀਂ ਸੱਤਾ ਚਾਹੁੰਦੇ ਹਾਂ। ਤੇ ਜੇ ਆਪਣੇ ਵੱਲ ਹੀ ਅਸੀਂ ਉਂਗਲੀ ਘਮਾਈ ਜਾਵਾਂਗੇ ਤਾਂ ਉਹ ਕਿਸੇ ਵੀ ਤਰੀਕੇ ਨਾਲ ਜਿਹੜਾ ਸ਼ੋਭਦਾ ਨਹੀਂ ਹੈਗਾ। ਹਾਂਜੀ। ਪ੍ਰੋਫੈਸਰ ਸਾਹਿਬ, ਇਹਦੇ ਵਿੱਚ ਜਦੋਂ ਗੱਲ ਸੈਸ਼ਨ ਦੀ ਹੁੰਦੀ ਹੈ, ਉਮੀਦਾਂ ਬੜੀਆਂ ਸੀ, ਕਹਿੰਦੇ ਭਾਵੇਂ ਕਿ 2 ਦਿਨ ਦਾ ਇੱਕ ਕੱਲ ਨਿਬੜ ਗਿਆ ਤੇ ਹੁਣ ਕਹਿੰਦੇ 11 ਨੂੰ ਸੱਦਣਾ, ਤੇ ਉਹ ਕੁਝ ਘੰਟਿਆਂ ਸ਼ਰਧਾਂਜਲੀਆਂ ਦੇ ਕੇ ਤੇ ਸਾਰਾ ਚੁੱਕ ਦਿੱਤਾ। ਇਹਨੂੰ ਲੈ ਕੇ ਵੀ ਬੜੇ ਸਵਾਲ ਉੱਠ ਰਹੇ ਨੇ, ਤੇ ਹੁਣ ਚੰਨੀ ਸਾਹਿਬ ਨੇ ਇੱਕ ਜਾਰੀ ਕਰ ਦਿੱਤਾ ਕਿ ਅੱਜ 9 ਨਵੰਬਰ ਨੂੰ ਵੱਡੇ ਮਸਲੇ ਦਾ ਹੱਲ ਹੋਣਾ। ਉਹ ਵੱਡਾ ਮਸਲਾ ਕਿੱਧਰ ਨੂੰ ਦੇਖਿਆ ਜਾਵੇ, ਕਿਸ ਪਾਸੇ ਨੂੰ ਸੋਚਿਆ ਜਾਵੇ? ਇਹ ਤਾਂ ਹੁਣ ਇਉਂ ਵਾ ਨਾ ਵੀ ਜਿਵੇਂ ਬੰਦਾ ਹਰ ਕੋਈ ਉਹ ਸਾਡੇ ਪਿੰਡਾਂ 'ਚ ਮਦਾਰੀ ਆਉਂਦੇ ਸੀ ਟੋਕਰੀ ਥੱਲਿਓਂ, ਕਦੀ ਕੋਈ ਕਬੂਤਰ ਕੱਢਤਾ, ਕਦੀ ਕੋਈ ਚੂਹਾ ਕੱਢਤਾ, ਕਦੀ ਨਿਓਲਾ ਕੱਢਤਾ। ਉਹ ਨਿਆਣੇ ਹੁੰਦੇ ਸੀ, ਬੜੇ ਖੁਸ਼ ਹੁੰਦੇ ਸੀ, ਅੱਛਾ ਵੀ ਯਾਰ ਲਿਆਇਆ ਕਿੱਥੋਂ, ਕੱਢਿਆ ਕਿੱਥੋਂ, ਤੇ ਟੋਕਰੀ ਥੱਲੇ ਤੇ ਕੁਛ ਵੀ ਨਹੀਂ ਸੀਗਾ। ਇਹ ਚੀਫ ਮਿਨਿਸਟਰ ਸਾਹਿਬ ਅੱਜ ਆਹ ਕਰਤਾ, ਉਹ ਹੀ ਜਾਣੀ ਕੱਲ ਨੂੰ ਵੱਡਾ ਐਲਾਨ ਹੋਣਾ, ਤੇ ਵੱਡਾ ਐਲਾਨ ਕਰ ਦਿਓ ਫਿਰ ਪਹਿਲਾਂ ਹੀ ਢੋਲ ਵਜਾਉਣ ਦਾ, ਜਦੋਂ ਹੋ ਜਾਊਗਾ ਹੈਨਾ। ਤੇ ਲੋਕਾਂ ਦੇ ਵਿੱਚ ਪਹਿਲਾਂ ਥੋੜਾ ਜਿਹਾ ਉਹ ਕਿਉਰਿਓਸਿਟੀ ਪੈਦਾ ਕਰਨੀ, ਹਾਂ ਵੀ ਕੱਲ ਦੇਖੀਏ ਹੁਣ ਕਿਹੜੀ ਬੀਨ ਵੱਜਦੀ ਆ, ਕਿਹੜਾ ਸੱਪ ਟੋਕਰੀ ਥੱਲੇ ਨਿਕਲਦਾ। ਤੇ ਚੰਗੀ ਗੱਲ ਆ, ਕਰਨਾ ਚਾਹੀਦਾ ਆ। ਪਹਿਲਾਂ ਵੀ ਚੰਗੇ ਫੈਸਲੇ ਕੁਝ ਲਏ ਗਏ ਆ, ਸੋਸ਼ਲ ਵੈਲਫੇਅਰ ਦੇ ਆ, ਰਾਹਤ ਮਿਲੀ ਆ ਲੋਕਾਂ ਨੂੰ, ਬਿਜਲੀ ਦੇ ਨਾਂ ਤੇ ਵੀ ਮਿਲੀ ਆ, ਪੈਟਰੋਲ ਡੀਜ਼ਲ ਦੀ ਵੀ ਮਿਲੀ ਆ, ਹੋਰ ਕੋਈ। ਪਰ ਇਹੋ ਜਿਹਾ ਕੋਈ ਬੇਸਿਕ ਮੁੱਦਿਆਂ ਤੇ ਵੀ ਵੱਡਾ ਕੰਮ, ਰਾਹਤ ਦਾ ਕੰਮ ਤੇ ਤਾਂ ਸਿਰੇ ਲੱਗੂਗਾ ਜੇ ਤੁਹਾਡੇ ਕੋਲ ਪੈਸੇ ਆ। ਜੇ ਪੈਸੇ ਉਧਰੋਂ ਘਟੀ ਗਏ, ਗਾਂ ਤੁਹਾਨੂੰ ਲੋਨ ਹੁਣ ਮਿਲਣਾ ਨਹੀਂ, ਪਹਿਲਾਂ ਜਿੰਨਾ ਕੁ ਮਿਲਣਾ ਸੀ ਵੱਧ ਤੋਂ ਵੱਧ ਉਹ ਮਿਲ ਚੁੱਕਾ, ਤੇ ਫਿਰ ਇਹ ਕਾਗਜ਼ਾਂ 'ਚ ਹੀ ਰਹਿ ਜਾਊਗਾ ਸਾਰਾ ਕੁਝ। ਜਿਸ ਤਰ੍ਹਾਂ ਇੱਕ ਵਾਰੀ ਸਰਕਾਰ ਨੇ ਬਹੁਤ ਦੇਰ ਪਹਿਲਾਂ ਦੀ ਗੱਲ ਆ, ਪਲਾਟ ਵੰਡ ਤੇ ਲੋਕਾਂ ਨੂੰ, ਗਰੀਬਾਂ ਨੂੰ ਪਲਾਟ ਵੰਡ ਤੇ, ਲੋਕ ਪਰਚੀਆਂ ਲਈ ਫਿਰਨ, ਜਦੋਂ ਦੇਖਣਗੇ ਕਿ ਪਲਾਟ ਕਿੱਥੇ, ਉੱਥੇ ਛੱਪੜ ਦਿਖੇ, ਛੱਪੜ 'ਚ ਕਿਹੜਾ ਘਰ ਬਣਾਵੇ। ਇਸ ਕਿਸਮ ਦਾ ਨਾ ਹੋਵੇ ਕਿ ਲੋਕੀ ਇੰਪਲਾਇਮੈਂਟ ਦੀਆਂ ਵੀ ਹੋਰਨਾਂ ਚੀਜ਼ਾਂ ਦੀਆਂ ਪਰਚੀਆਂ ਤੇ ਲਈ ਫਿਰਨ ਵੀ ਆਹ ਸਾਰਿਆਂ ਨੂੰ ਮਿਲ ਗਿਆ, ਤੇ ਉਹ ਅਸਲੀਅਤ 'ਚ ਜਦੋਂ ਕਬਜ਼ਾ ਕਰਨ, ਉਹਨੂੰ ਅਸਲੀਅਤ 'ਚ ਦੇਖਣ ਲਈ ਜਾਣ ਤੇ ਉੱਥੇ ਮਿਲੇ ਕੁਛ ਨਾ, ਕਿਉਂਕਿ ਸਰਕਾਰ ਬੜੇ ਥੋੜੇ ਦਿਨਾਂ ਦੀ ਹੈ। ਇਸ ਲਈ ਉਹ ਉਸ ਤਰੀਕੇ ਦੇ ਸਾਰੇ ਫੈਸਲੇ ਹੋਣ, ਉਸ ਤਰੀਕੇ ਦੇ ਐਲਾਨ ਹੋਣ ਕਿ ਜਿੱਥੇ ਖਰਚੇ ਕਰਨੇ ਆ ਲੋਕਾਂ ਦੇ ਉੱਤੇ, ਲੋਕਾਂ ਦਾ ਭਲਾਈ ਦਾ ਕੰਮ ਕਰਨਾ, ਭਾਵੇਂ ਆਟਾ ਦਾਲ ਆ, ਭਾਵੇਂ ਬੁਢਾਪਾ ਪੈਨਸ਼ਨ ਆ, ਜਾਂ ਹੋਰ ਜੋ ਵੀ ਕਰਨਾ, ਭਾਵੇਂ ਹੋਰ ਰੁਜ਼ਗਾਰ ਦੀਆਂ ਗੱਲਾਂ ਆ, ਨਾਲੋਂ ਨਾਲ ਤੁਹਾਡੇ ਕੋਲ ਸਾਧਨਾਂ ਲਈ ਤੁਸੀਂ ਕੀ ਫੈਸਲੇ ਲੈਂਦੇ ਆ। ਜਿਸ ਤਰ੍ਹਾਂ ਬਾਰ-ਬਾਰ ਅਸੀਂ ਕਹਿੰਦੇ ਆ ਰੇਤਾ ਬਜਰੀ ਦਾ ਆਪਣੇ ਹੱਥ 'ਚ ਲਓ, ਬਹੁਤ ਸਾਰੇ ਹੋਰ ਸਾਧਨ ਵੀ ਹੁੰਦੇ, ਇਕੱਲਾ ਇਹ ਰੇਤਾ ਬਜਰੀ ਨਹੀਂ। ਆ ਦੇਖੋ ਟਰਾਂਸਪੋਰਟ ਨੂੰ ਵੀ ਕਿਵੇਂ ਇਹਨਾਂ ਨੇ ਪ੍ਰੋਫਿਟ 'ਚ ਕੀਤਾ, ਮੁੰਡੇ ਰਾਜਾ ਵੜਿੰਗ ਨੇ। ਕਿਤੇ ਨਾ ਕਿਤੇ ਪੈਸਾ ਉਹ ਪਹਿਲਾਂ ਦੂਜੇ ਪਾਸੇ ਇਧਰੋਂ ਉਧਰੋਂ ਸੱਜੇ ਪਾਸੇ ਸੱਜੇ ਖੱਬੇ ਲੀਕ ਹੋ ਰਿਹਾ ਸੀ ਨਾ। ਇਹੋ ਜੀ ਸਰਕਾਰ ਐਡੀ ਵੱਡੀ ਇੱਕ ਕਾਰਪੋਰੇਟ ਬਾਡੀ ਤਰੀਕੇ ਨਾਲ ਜੇ ਬਿਹੇਵ ਕਰੇ, ਜਿਵੇਂ ਚੀਨ ਆ, ਚੀਨ ਉਹ ਸੈਂਟਰਲਾਈਜ਼ ਪਲੈਨਿੰਗ ਕਰਕੇ ਸਾਰਾ ਕੁਝ ਕਰਦਾ, ਉਹ ਕਿਵੇਂ, ਉਹ ਵੀ ਤਾਂ ਪਬਲਿਕ ਸੈਕਟਰ 'ਚ ਆ, ਉਹ ਕਿਵੇਂ ਪ੍ਰੋਫਿਟ 'ਚ ਆਉਂਦਾ। ਵੀ ਉਹਨਾਂ ਦੀ ਸਰਕਾਰ ਸਾਡੇ ਨਾਲੋਂ 3.5-4 ਗੁਣਾ ਪਿੱਛੋਂ ਆਜ਼ਾਦ ਹੋ ਕੇ ਦੇ, ਸਾਡੇ ਨਾਲੋਂ 3.5-4 ਗੁਣਾ ਜ਼ਿਆਦਾ ਇਕਨੋਮੀ, ਜ਼ਿਆਦਾ ਫੌਜ ਆਪਣੀ ਮਜ਼ਬੂਤ ਕਰ ਗਏ, ਟੈਕਨੋਲੋਜੀ ਵਿੱਚ ਵੀ ਕਿਤੇ ਦਾ ਕਿਤੇ ਪਹੁੰਚ ਗਏ। ਆਪਾਂ ਥੋੜਾ ਜਿਹਾ ਇਮਾਨਦਾਰੀ ਨਾਲ ਜੇ ਐਫਰਟ ਕਰੀਏ ਤਾਂ ਹਰ ਮਹਿਕਮਾ ਫਾਇਦੇ 'ਚ ਜਾ ਸਕਦਾ, ਪੂਰਾ ਡਟ ਕੇ ਕੰਮ ਕਰੀਏ ਉਸ ਪਾਸੇ। ਜਦ ਤੱਕ ਇਹ ਲੋਕਾਂ ਦਾ ਮਾਈਂਡ ਸੈਟ ਨਹੀਂ ਹੋਊਗਾ, ਜਦ ਅੰਦਰ ਜਿਹੜੇ ਹਰ ਜਗ੍ਹਾ ਤੇ ਬਘਿਆੜ ਬੈਠੇ, ਜਗ੍ਹਾ ਬਹੁਤ ਬੈਠੇ ਆ, ਪੁਲਿਸ ਦੇ ਮਹਿਕਮੇ 'ਚ ਵੀ ਆ, ਉਹ ਅਫਸਰਸ਼ਾਹੀ 'ਚ ਵੀ ਆ, ਸਮਗਲਰਾਂ ਨੇ, ਮਾਫੀਆ ਲੋਕਾਂ ਨੇ ਘੇਰਿਆ ਹੋਇਆ ਚਾਰੇ ਪਾਸੇ, ਕਾਲੇ ਧੰਦੇ ਵਾਲਿਆਂ ਨੇ ਘੇਰਿਆ ਹੋਇਆ। ਇਹ ਸਾਰੀ ਜਗ੍ਹਾ ਥੋੜਾ ਕਰਕੇ, ਇਕੱਠੇ ਤੇ ਨਹੀਂ ਇਹਨਾਂ ਕੋ ਫੜੇ ਜਾਣਗੇ ਉਹ ਬਘਿਆੜ। ਉਹ ਜੇ ਇਕੱਠੇ ਕੋਸ਼ਿਸ਼ ਕਰਨਗੇ, ਉਹ ਇਕੱਠੇ ਹੋ ਕੇ ਇਹਨਾਂ ਦੇ ਹਮਲਾ ਕਰਕੇ ਇਹਨਾਂ ਨੂੰ ਖਤਮ ਕਰ ਦੇਣਗੇ। ਪਰ ਜਿੰਨਾ ਹੀ ਥੋੜਾ ਕੀਤਾ ਜਾ ਸਕਦਾ, ਉਹ ਜ਼ਰੂਰ ਫੈਸਲੇ ਲੈਣੇ ਚਾਹੀਦੇ ਆ। ਕਿਤੇ ਨਾ ਕਿਤੇ ਗੱਲ ਤੇ ਕਿਸੇ ਦਿਨ ਸੁਖਵਿੰਦਰ ਸ਼ੁਰੂ ਕਰਾਂਗੇ ਤਾਂ ਹੀ ਸਿਰੇ ਲੱਗੂਗੀ, ਤਾਂ ਹੀ ਪੰਜਾਬ ਨੂੰ ਅਸੀਂ ਬਚਾਵਾਂਗੇ। ਜੇ ਬੇਸਿਕ ਮੁੱਦਿਆਂ ਤੇ ਵੱਡੇ ਫੈਸਲੇ ਨਹੀਂ ਅਸੀਂ ਲੈਂਦੇ ਤੇ ਆਪਾਂ ਵੈਸੇ ਹੀ ਕਰੀ ਜਾਂਦੇ ਆ ਕਿ ਛਾਂਗਣ ਮੰਗਣ ਕਰੀ ਜਾਵਾਂਗੇ, ਉਹਦੇ ਨਾਲ ਠੀਕ ਹੈ ਤੁਹਾਨੂੰ ਵੋਟਾਂ ਤੇ ਮਿਲ ਸਕਦੀਆਂ ਆ, ਪਰ ਪੰਜਾਬ ਨੂੰ ਜਿਹੜੀ ਲੰਬੇ ਸਮੇਂ ਦੇ ਵਿੱਚ ਰਾਹਤ ਦੇਣੀ ਆ, ਜਾਂ ਉੱਥੇ ਇੱਕ ਨਵਾਂ ਉਹਦਾ ਆਭਾਰ ਇਕਨੋਮੀ ਦਾ, ਵਿਵਸਥਾ ਦਾ ਲੈ ਕੇ ਆਉਣਾ, ਮਜ਼ਬੂਤ ਕਰਨਾ ਆ, ਉਸ ਦੀ ਉਹ ਕਾਫੀ ਜੋਖਮ ਭਰਿਆ ਕੰਮ ਆ। ਉਸ ਲਈ ਕਾਫੀ ਮਿਹਨਤ ਕਰਨ ਦੀ ਲੋੜ ਆ। ਇਹ ਨਹੀਂ ਵੀ ਅੱਜ ਆਹ ਕਰਦਾ, ਅੱਜ ਕੱਲ ਆਹ ਐਲਾਨ ਕਰਤਾ, ਪਰਸੋਂ ਆਹ ਕਰਤਾ, ਤੇ ਐਲਾਨ ਦੇ ਐਲਾਨ ਹੀ ਰਹਿ ਜਾਣ। ਜਿਵੇਂ ਬਹੁਤੀ ਵਾਰੀ ਜਗ੍ਹਾ ਹਸਪਤਾਲਾਂ ਦੇ ਉਹ ਨਿਉ ਪੱਥਰ ਤੇ ਰੱਖ ਦਿੰਦੇ ਆ, ਕਾਲਜਾਂ, ਸਕੂਲਾਂ, ਯੂਨੀਵਰਸਿਟੀਆਂ ਦੇ ਨਿਉ ਪੱਥਰ ਤੇ ਰੱਖ ਦਿੰਦੇ ਆ, ਉਹ ਸਾਲ ਕੁ ਬਾਅਦ ਲੋਕ ਪੁੱਟ ਕੇ ਲੈ ਜਾਂਦੇ, ਉਹ ਪਤਾ ਹੀ ਨਹੀਂ ਲੱਗਦਾ ਕਿੱਥੇ ਮਿਨਿਸਟਰ ਸਾਹਿਬ ਨੇ ਰੱਖਿਆ ਸੀ। ਕਿਤੇ ਰਿਕਾਰਡ 'ਚੋਂ ਫੋਟੋ ਕੱਢ ਸਕਦੇ ਤੁਸੀਂ ਵੀ ਇਹ ਉਦੋਂ ਰੱਖਿਆ ਸੀ, ਉੱਥੇ ਹੁੰਦਾ ਕੁਛ ਨਹੀਂ ਹੈ। ਬਹੁਤ ਵਾਰ ਇੰਝ ਹੁੰਦਾ। ਇਹ ਜ਼ਰੂਰੀ ਗੱਲ ਹੈ ਕਿ ਕੱਲਾ ਜਿੰਨੇ ਵੀ ਫੈਸਲੇ ਹੋ ਰਹੇ ਆ, ਭਾਵੇਂ ਉਹ ਸੰਸਦ ਦਾ ਸੈਸ਼ਨ ਆ, ਭਾਵੇਂ ਹੋ ਰਿਹਾ, ਉਹ ਸਿਰਫ ਤੇ ਸਿਰਫ ਵੋਟਾਂ ਨੂੰ ਮੱਦੇ ਨਜ਼ਰ ਰੱਖ ਕੇ ਨਾ ਕੀਤਾ ਜਾਏ। ਰਹੀ ਗੱਲ ਸੈਸ਼ਨ ਦੀ, ਇਹ ਬੜੀ ਹੈਰਾਨੀ ਦੀ ਗੱਲ ਆ।
ਬੰਦੇ ਭੱਜੇ ਭੱਜੇ 117 MLA ਆ, ਕਿਹੜੇ ਕਿਹੜੇ ਕੋਨਿਆਂ ਤੋਂ ਗੱਡੀਆਂ ਤੋਂ ਲਾ ਕਰਦੇ ਹੁੰਦੇ, ਸਰਕਾਰੀ ਗੱਡੀਆਂ ਦਿੱਤੀਆਂ ਹੋਈਆਂ, ਇਨੋਵਾ ਗੱਡੀਆਂ ਨਾਲ ਪੁਲਿਸ ਆਉਂਦੀ ਆ, ਹੋਰ ਕਹਿੰਦੇ ਸੀਗੇ 70 ਲੱਖ ਰੁਪਈਆ ਇੱਕੋ ਦਿਨ ਦਾ ਖਰਚਾ ਆਉਂਦਾ, ਮੈਨੂੰ ਤਾਂ ਲੱਗਦਾ ਜ਼ਿਆਦਾ ਹੁੰਦਾ ਹੋਣਾ। ਇਹ ਜਦੋਂ ਖਰਚਾ ਹੁੰਦਾ ਆ ਇੱਕ ਦਿਨ ਵਿਧਾਨ ਸਭਾ ਚਲਾਉਣ ਦਾ ਇੰਨਾ ਜ਼ਿਆਦਾ, ਜਦੋਂ ਬੰਦੇ ਆ ਹੀ ਗਏ ਸਾਰੇ, ਤੇ ਤੁਸੀਂ ਸ਼ਰਧਾਂਜਲੀਆਂ ਦਿਓ। ਉਹ 5-10 ਮਿੰਟ, ਜਿੰਨਾ 10 ਮਿੰਟ ਆ 20-15 ਮਿੰਟ ਆ, ਤੁਸੀਂ ਅੱਧਾ ਘੰਟਾ ਸ਼ਰਧਾਂਜਲੀਆਂ ਨੂੰ ਲਾ ਦਿਓ, ਕੋਈ ਗੱਲ ਨਹੀਂ। ਜਿਹਨੇ ਕਿਸੇ ਨੇ ਬੋਲਣਾ ਬੋਲ ਲਵੇ, ਜਿਹਨੇ ਹੋਰ ਕੋਈ ਰਿਜ਼ੋਲਵ ਕਰਨੇ ਕਰ ਲੈ, 0 ਆਵਰ ਵੀ ਹੋਵੇ, ਦਿਖਿਆ ਨਹੀਂ ਵੇਖਣ ਨੂੰ। ਉਦੋਂ ਬਾਅਦ ਤੁਸੀਂ ਅੱਧੇ ਘੰਟੇ ਦਾ ਵਕਫਾ ਲੈ ਕੇ, ਚਾਹ ਪਾਣੀ ਪੀ ਕੇ, ਮੀਡੀਆ ਦੇ ਨਾਲ ਕੁਝ ਬਾਈਟਾਂ ਉਈਟਾਂ ਕਰਕੇ, ਉਹ ਵੀ ਵਿਚਾਰੇ ਬੜੇ ਬੈਠੇ ਹੁੰਦੇ ਆ, ਉਹਨਾਂ ਨੂੰ ਦੇ ਕੇ ਦੁਬਾਰਾ ਫਿਰ ਤੁਸੀਂ ਆ ਜਾਓ ਕੰਮ ਦੇ ਰੌਂ 'ਚ। ਕਿਤੇ ਸ਼ਹੀਦ ਤੁਹਾਡੇ ਨਾਲ ਨਾਰਾਜ਼ ਹੋ ਜਾਣਗੇ ਇਸ ਗੱਲ ਤੇ ਕਿ ਤੁਸੀਂ ਦੁਬਾਰਾ ਕੰਮ ਤੇ ਕਿਉਂ ਲੱਗ ਗਏ ਆ ਬਈ। ਹੈ ਹਮੇਸ਼ਾ ਹੀ ਇੰਜ ਕਰਦੇ ਆ, ਇੱਕ ਪਖੰਡ ਹੋ ਗਿਆ, ਤਮਾਸ਼ਾ ਹੋ ਗਿਆ ਕਿ ਇੱਥੇ ਬੁਲਾ ਕੇ ਉਹਨਾਂ ਨੂੰ ਬਿਠਾਉਣਾ, ਖਰਚਾ ਸਰਕਾਰੀ ਆ, ਤੇ ਕਿਉਂਕਿ ਸਰਕਾਰੀ ਖਰਚਾ, ਉਹ ਕਿਸੇ ਦਾ ਵੀ ਖਰਚਾ ਨਹੀਂ, ਉਹ ਐਂ ਲੱਗਦਾ ਵੀ ਜਿਵੇਂ ਮੁਫਤ ਨੂੰ ਹੀ ਪੈਸਾ ਆਉਂਦਾ, ਤੇ ਤੁਸੀਂ ਅੱਧੇ ਘੰਟੇ ਦੀ ਵੀ ਨਹੀਂ ਕਾਰਵਾਈ, 10 ਮਿੰਟਾਂ ਦੀ ਕਾਰਵਾਈ ਪਾ ਕੇ ਆਓ ਗਏ ਤੇ ਆਓ ਗਏ, ਵਿੱਚ ਫੇਰ 2 ਦਿਨ ਛੁੱਟੀਆਂ। ਹੁਣ 11 ਨੂੰ ਦੁਬਾਰਾ ਸੈਸ਼ਨ ਸ਼ੁਰੂ ਹੋਣਾ ਹੈ, ਕਿਉਂ ਕੱਲ ਕਿਉਂ ਨਹੀਂ ਸ਼ੁਰੂ ਕੀਤਾ ਜੀ? ਕੱਲ ਬਿੱਲੀ ਛਿੱਕ ਗਈ ਹੈ। ਉਂਝ ਹੀ ਪਤਾ ਨਹੀਂ ਕਿਸ ਢੰਗ ਨਾਲ ਸਾਡਾ ਸਿਸਟਮ ਚੱਲਦਾ, ਕੋਈ ਅਕਾਊਂਟੇਬਿਲਟੀ ਨਹੀਂ ਹੈ। ਮੈਨੂੰ ਲੱਗਦਾ ਸਾਡੇ ਜਿਹੜੇ ਵੀਰ ਭੈਣ ਭਰਾ ਵੋਟਰ ਲੋਕ ਆ, ਜਦ ਤੱਕ ਉਹ ਜਾਗਰੂਕ ਨਹੀਂ ਹੁੰਦੇ, ਤੇ ਸਾਰਾ ਸਾਲ ਜਿਵੇਂ ਹੁਣ ਕਿਸਾਨਾਂ ਨੇ ਇੱਕ ਨਵਾਂ ਰਾਹ ਦਿਖਾਇਆ, ਜਿੱਥੇ ਕੰਮ ਮਾੜਾ ਹੁੰਦਾ ਕਾਲੇ ਝੰਡੇ, ਮਤਲਬ ਹਰ ਘਰ ਦੇ ਵਿੱਚ 8-10 ਕਾਲੇ ਝੰਡੇ ਡੰਡਿਆਂ ਤੇ ਹੋਣੇ ਹੀ ਚਾਹੀਦੇ ਆ। ਕਈ ਵਾਰੀ ਮਤਲਬ 2-4 ਇੱਧਰ ਵੀ ਰੱਖੇ ਜਾਣ, 5-7 ਤੇ ਬਚੇ ਹੀ ਰਹਿਣ ਨਾ। ਉਹ ਹਰ ਘਰ 'ਚ ਇਹ ਜ਼ਰੂਰੀ ਹਥਿਆਰ ਹੋ ਗਿਆ ਜੇ ਇੱਥੇ ਡੈਮੋਕ੍ਰੇਸੀ ਚਲਾਉਣੀ ਆ। ਹਥਿਆਰ ਦਾ ਮਤਲਬ ਇਹ ਨਹੀਂ ਵੀ ਉਹ ਡੰਡਿਆਂ ਨਾਲ ਕੁੱਟਣਾ ਆ, ਦਿਖਾਉਣ ਲਈ ਕਾਲੇ ਝੰਡੇ ਆਪਾਂ ਇਹ ਸਾਰੇ, ਜਾਨੀ ਇੱਕ ਪਿੰਡ ਦੇ ਸੀਟੀ ਮਾਰੇ ਜਾਂ ਗੁਰਦੁਆਰੇ ਸਾਹਿਬ ਦੇ ਵਿੱਚੋਂ ਅਨਾਉਂਸ ਹੋਵੇ ਵੀ ਫਲਾਨਾ ਬੰਦਾ ਆ ਰਿਹਾ ਆ, ਉਹਨੇ ਵਾਅਦਾ ਕੀਤਾ ਸੀਗਾ, ਅੱਜ ਇਕੱਠ ਇੱਧਰ ਦੀ ਲੰਘ ਰਿਹਾ, ਜਾਂ ਉਹਨੇ ਇਕੱਠ ਕਰਨ ਆਉਣਾ, ਸਾਰਾ ਮਾਈ ਭਾਈ ਭੈਣ ਭਰਾ ਸਾਰੇ ਕੰਮ ਛੱਡ ਕੇ ਅੱਧੇ ਘੰਟੇ ਲਈ ਮਿਨਿਸਟਰ ਸਾਹਿਬ ਦੀ ਸੇਵਾ ਤੇ ਜ਼ਰੂਰ ਆਓ, ਕਾਲੇ ਝੰਡੇ ਆਪੋ ਆਪਣੇ ਲੈ ਕੇ। ਇਹ ਕੰਮ ਜਦ ਤੱਕ ਚੱਲੂਗਾ ਨਹੀਂ, ਇਹ ਸੂਤਰ ਹੋ ਹੀ ਨਹੀਂ ਸਕਦੇ। ਤੇ ਲੋਕਾਂ ਨੂੰ ਆਪਣੀ ਜਿਹੜੀ ਹੈ ਨਾ ਐਮਪਾਵਰਮੈਂਟ ਕਰਨੀ ਪਊਗੀ, ਆਪਣੇ ਹੱਕ ਲਈ ਆਪ ਮੈਦਾਨ 'ਚ ਨਿੱਤਰਨਾ ਪਊਗਾ। ਕਿਸਾਨਾਂ ਨੇ ਰਾਹ ਦਿਖਾਤਾ, ਉੱਥੇ ਹੀ ਜਾ ਕੇ ਗੱਲ ਅਲਟੀਮੇਟਲੀ ਖਤਮ ਹੋਣੀ ਹੈ। ਇਹ 5 ਸਾਲਾਂ ਵਾਲੀ ਜਿਹੜੀ ਲਾਟਰੀ ਨਿਕਲਦੀ ਹੈ ਨਾ, ਹਰ 5 ਸਾਲਾਂ ਬਾਅਦ, ਇਹ ਬੰਦ ਹੋਣੀ ਚਾਹੀਦੀ। ਰੋਜ਼ ਲਾਟਰੀ ਨਿਕਲੇ, ਰੋਜ਼ ਰੋਜ਼ ਇਹਨਾਂ ਦੀ ਜਵਾਬਦੇਹੀ ਹੋਵੇ, ਰੋਜ਼ ਸਵਾਲ ਕਰਨ, ਰੋਜ਼ ਘਰਾਓ ਹੋਵੇ, ਜਿੱਥੇ ਜਿਹੜਾ ਬੰਦਾ ਕੰਮ ਨਹੀਂ ਕਰਦਾ, ਤਾਂ ਜਾ ਕੇ ਸਾਡੇ ਸਿਸਟਮ 'ਚ ਸੁਧਾਰ ਆਊਗਾ। ਅਦਰਵਾਈਜ਼ ਛਾਂਗਣ ਮੰਗਣ ਦਾ ਮਤਲਬ ਮੈਂ ਇਹੀ ਕਹਿਣਾ ਕਿ ਜੇ ਬ੍ਰਿਟਿਸ਼ ਪਾਰਲੀਮੈਂਟ ਕਈ ਵਾਰੀ 250-200 ਦਿਨ 300 ਦਿਨ ਤੱਕ ਵੀ ਚੱਲਦੀ ਹੈ, ਜਿੱਥੋਂ ਅਸੀਂ ਇਹ ਸਿਸਟਮ ਲਿਆ, ਸਭ ਤੋਂ ਪੁਰਾਣੀ ਜਿਹੜੀ ਲੋਕਤੰਤਰਕ ਪ੍ਰਣਾਲੀ ਦਾ ਜਿਹੜੀ ਫਾਊਂਡੇਸ਼ਨ ਉੱਥੇ ਹੈਗੀ, ਅਸੀਂ ਸਾਰੇ ਸਾਲ 'ਚ 15-20-25-30 ਦਿਨ ਕਰਕੇ ਆਪਣਾ ਬਹੁਤ ਥੱਕ ਗਏ ਜੀ, ਇੰਨਾ ਜ਼ਿਆਦਾ ਅਸੀਂ ਡਿਸਕਸ ਕਰ ਲਿਆ। ਕਿਉਂ ਬਈ? ਬਾਕੀ ਤਨਖਾਹ ਤੁਸੀਂ 25 ਦਿਨਾਂ ਦੀ ਦਿਓ ਇਹਨਾਂ ਨੂੰ। ਇਹਨਾਂ ਨੂੰ ਕਹਿਣਗੇ ਅਸੀਂ ਤੁਹਾਨੂੰ MLA ਤੇ ਬਣਾ ਲਿਆ, ਅਸੀਂ ਤੁਹਾਨੂੰ ਰੱਖਿਆ ਠੇਕੇ ਤੇ, ਜਿੰਨੇ ਦਿਨ ਕੰਮ ਕਰੋਗੇ ਉਹਨਾਂ ਪੈਸਾ ਅਸੀਂ ਤੁਹਾਨੂੰ ਦੇਵਾਂਗੇ, ਬਾਕੀ ਤੁਹਾਡੇ ਪੈਸੇ ਤਨਖਾਹਾਂ ਕੱਟੀਆਂ ਤੇ ਉਹਨੇ ਦੀ ਪੈਨਸ਼ਨ ਮਿਲੂਗੀ। ਦੇਖ ਤਾਂ ਕਿਵੇਂ 300 ਦਿਨ ਸੈਸ਼ਨ ਨਾ ਚੱਲੇ ਤੇ ਮੈਨੂੰ ਪੁੱਛੋ ਤੁਸੀਂ। ਇਹ ਜਿਹੜੀ ਜੇ ਸਾਡੇ ਆਪ ਹੀ ਸਾਡੇ ਵੀਰ ਜਿਹੜੇ MLA ਵੀਰਾਂ ਭੈਣ ਭਰਾ ਜਿਹੜੇ ਆ ਬੇਈਮਾਨ ਹੋ ਜਾਣ, ਖਾਣ ਪੀਣ ਵਾਲੇ ਹੋ ਜਾਣ, ਮੌਜਾਂ ਲੈਣ ਵਾਲੇ ਹੋ ਜਾਣ, ਸਿਸਟਮ ਨਹੀਂ ਸੁਧਰ ਸਕਦਾ। ਅੱਗੇ ਆਉਣਾ ਪਊ ਉਹਨਾਂ ਨੂੰ। ਔਰ ਕੱਲਾ ਰਾਜਨੀਤਿਕ ਬਿਆਨਬਾਜ਼ੀ, ਮੀਡੀਆ ਸਾਹਮਣੇ ਤਮਾਸ਼ੇ ਕਰਨੇ, ਵੱਡੀਆਂ ਵੱਡੀਆਂ ਗੱਲਾਂ ਕਰਨੀਆਂ, ਨਾਰੇ ਮਾਰ ਕੇ ਫੋਟੋਆਂ ਲਵਾਉਣੀਆਂ, ਉਹ ਕਰ ਲਓ, ਤੁਹਾਨੂੰ ਕੋਈ ਰੋਕਦਾ ਨਹੀਂ। ਪਰ ਬਾਅਦ ਵਿੱਚ ਲਗਾਤਾਰ ਜਨਤਾ ਦਾ ਪ੍ਰੈਸ਼ਰ ਕਿਵੇਂ ਬਣਾ ਕੇ ਰੱਖਣਾ ਸਰਕਾਰ ਤੇ, ਮੈਨੂੰ ਤਾਂ ਲੱਗਦਾ ਨਵਜੋਤ ਸਿੰਘ ਸਿੱਧੂ ਹੀ ਕੱਲਾ ਹੀ ਇੰਨਾ ਪ੍ਰੈਸ਼ਰ ਬਣਾਈ ਜਾਂਦਾ ਲਗਾਤਾਰ। ਉਹ ਸਾਰੀ ਪਾਰਟੀ ਨੂੰ ਇਹ ਸਮਝ ਨਹੀਂ ਪੈਂਦੀ ਕਿ ਅਸੀਂ ਕਰੀਏ ਕੀ। ਇਹ ਜੇ 10-15 ਨਵਜੋਤ ਸਿੰਘ ਸਿੱਧੂ ਹੋਰ ਨਿਕਲ ਆਉਣ ਤੇ ਕੰਮ ਸੂਤਰ ਆ ਜਾਊਗਾ। ਉਸ ਕਿਸਮ ਦੇ ਦਬੰਗੀ ਦੇ ਨਾਲ 22 ਜ਼ਿਲ੍ਹੇ 22 ਬੰਦੇ ਕੱਢੋ, ਹਰ ਜ਼ਿਲ੍ਹੇ 'ਚ ਇੱਕ ਬੰਦੇ ਨੂੰ ਲਾ ਦਿਓ ਇਸ ਗੱਲ ਦੇ ਵੀ ਤੈਨੂੰ ਆਹ ਸੀਟੀ ਮਾਰਨੀ ਆ, ਜਦੋਂ ਇੱਧਰ ਦੀ ਕੋਈ ਲੰਘਦਾ ਤੂੰ ਸੀਟੀ ਮਾਰਨੀ, ਜਦੋਂ ਜ਼ਿਲ੍ਹੇ 'ਚ ਆਵੇ ਤੂੰ ਸੀਟੀ ਮਾਰਨੀ ਆ। ਅੱਜ ਕੱਲ WhatsApp ਦਾ ਜ਼ਮਾਨਾ, ਫਟਾਫਟ ਲੋਕ ਭੁੰਡਾਂ ਨੂੰ ਇਕੱਠੇ ਹੋਣ। ਇਹ ਕੰਮ ਸਾਨੂੰ ਆਪ ਮੀਡੀਆ ਜਿਹੜੀਆਂ ਗੁੰਦੀਆਂ ਆਪ ਹੀ ਖੋਲਣੀਆਂ, ਆਪਣਾ ਹੀ ਸਿੱਖਣਾ ਪਊਗਾ, ਤਾਂ ਸਾਡੇ ਪੰਜਾਬ ਦਾ ਕੋਈ ਸੁਧਾਰ ਹੋ ਸਕਦਾ। ਵਿਗੜਿਆ ਬਹੁਤ ਆ। ਮੈਂ ਚੰਨੀ ਸਾਹਿਬ ਨੂੰ ਨਹੀਂ ਦੋਸ਼ ਦੇ ਰਿਹਾ, ਮੈਂ ਲਾਸਟ ਗੱਲ ਕਹਿ ਰਿਹਾ, ਮੈਂ ਕਿਸੇ ਨੂੰ ਨਹੀਂ ਭੰਡ ਰਿਹਾ। ਮੈਨੂੰ ਇਹ ਪਤਾ ਨਵਜੋਤ ਸਿੰਘ ਸਿੱਧੂ ਨੂੰ ਚੀਫ ਮਿਨਿਸਟਰ ਬਣਾ ਦਿਓ,
ਚੰਨੀ ਸਾਹਿਬ ਤੇ ਪਤਾ ਨਹੀਂ 3 ਮਹੀਨੇ ਕੱਢੇ ਜਾਣਗੇ, ਉਹ ਸ਼ਾਇਦ ਉਹਨਾਂ ਨੂੰ 3 ਦਿਨ ਵੀ ਨਾ ਚੱਲਣ ਦੇਣ। ਪਹਿਲੇ ਦਿਨ ਹੀ ਇਹੋ ਜਿਹਾ ਠਿੱਬੀ ਮਾਰਨ, ਚੱਕ ਕੇ ਬਾਹਰ ਮਾਰਨ, ਉਹਨਾਂ ਨੇ ਗੁੱਸਾ ਕਰਨਾ ਹੀ ਕਰਨਾ, ਉਹ ਕੋਈ ਨਾ ਕੋਈ ਕੰਮ ਹੋ ਜਾਵੇ ਉੱਥੇ। ਇਹ ਕੰਮ ਇਹੋ ਜਿਹਾ ਸਿਸਟਮ ਗਲ ਗਿਆ ਸਾਡਾ, ਉਸ ਗਲੇ ਹੋਏ ਸਿਸਟਮ ਨੂੰ ਨਾਲ ਲੈ ਕੇ ਚੱਲਣਾ ਇੰਨਾ ਔਖਾ ਹੋ ਚੁੱਕਿਆ ਆ ਕਿ ਉਹਦੇ ਚ ਚੰਗੇ ਤੋਂ ਚੰਗੇ, ਸਿਆਣੇ ਤੋਂ ਸਿਆਣੇ ਬੰਦੇ ਦੀ ਵੀ ਪੇਸ਼ ਨਹੀਂ ਜਾਂਦੀ। ਪਰ ਚੰਨੀ ਸਾਹਿਬ ਤੋਂ ਉਮੀਦਾਂ ਇਹ ਹੈ ਕਿ ਉਹ ਇੱਕ ਦਲਿਤ ਸਮੁਦਾਇ ਤੋਂ ਆਉਂਦੇ ਆ, ਗਰੀਬ ਪਰਿਵਾਰ ਚੋਂ ਆਉਂਦੇ ਆ, ਉਹ ਗਰੀਬਾਂ ਦੀ ਜਿਹੜੀ ਆਹਟ ਆ ਉਹਨੂੰ ਸੁਣਦੇ ਹੋਏ ਕੁਝ ਚੰਗੇ ਫੈਸਲੇ ਜ਼ਰੂਰ, ਭਾਵੇਂ ਉਹਨਾਂ ਨੂੰ ਮੁੜ ਕੇ ਕਦੀ ਜ਼ਿੰਦਗੀ ਦੇ ਵਿੱਚ ਮਿਨਿਸਟਰ ਵੀ ਨਾ ਕੋਈ ਬਣਾਵੇ, ਪਰ ਜਦ ਉਹਨਾਂ ਕੋਲ ਆਇਆ, ਹੱਥ 'ਚ ਆਇਆ, ਮੌਕਾ ਆਇਆ, ਤਾਂ ਉਹ ਡਟ ਜਾਣ, ਉਹ ਪਿੱਛੇ ਨਾ ਹਟਣ। ਇਹੀ ਗੱਲ, ਇਹੀ ਦਿਨ ਸਾਰੀ ਉਮਰ ਲੋਕ ਉਹਨਾਂ ਦੇ ਯਾਦ ਰੱਖਣਗੇ ਕਿ ਆਹ ਵੱਡੇ ਫੈਸਲੇ ਪੰਜਾਬ ਲਈ ਹੋਏ ਸੀ। ਨਹੀਂ ਤੇ ਇੰਜ ਲੱਗੂਗਾ ਵੀ ਬੰਦਾ ਤੇ ਚੰਗਾ ਸੀਗਾ, ਪਰ ਉਹਦੀ ਪੇਸ਼ ਨਹੀਂ ਜਾਣ ਦਿੱਤੀ, ਲੋਕ ਇੰਜ ਯਾਦ ਕਰਨਗੇ। ਹਾਂਜੀ ਸੁਖਵਿੰਦਰ। ਵੈਸੇ ਮੈਂ ਸਵਾਲ ਇਸੇ ਤੇ ਆਉਣਾ ਸੀ ਕਿ ਚੰਨੀ ਸਾਹਿਬ ਐਲਾਨ ਕਰਦੇ ਨੇ ਤੇ ਸਿੱਧੂ ਸਾਹਿਬ ਉਧਰੋਂ ਨਹੀਂ ਕਹਿੰਦੇ ਨੇ ਕਿ ਫੂਕ ਕੱਢੀ ਜਾਂਦੇ ਨੇ। ਚੰਨੀ ਸਾਹਿਬ ਤੋਂ ਮਤਲਬ ਆਪਣੀ ਸਰਕਾਰ ਤੋਂ ਹਿਸਾਬ ਮੰਗਦੇ ਨੇ ਕਿ ਪੈਟਰੋਲ ਡੀਜ਼ਲ ਕੀ 5 ਸਾਲ ਲਈ ਰਹੂਗਾ, ਕੀ ਤਿਆਰੀ ਕੀਤੀ ਇਹਦੇ ਵਾਸਤੇ? ਜੇ ਤੁਸੀਂ ਕਹਿੰਦੇ ਹੋ ਕਿ ਬਿਜਲੀ ਸਸਤੀ, ਤੇ ਹੁਣ ਕੀ ਕਰੋਗੇ? ਜਿਹੜੀਆਂ ਕੰਪਨੀਆਂ ਨੇ ਉਹ ਅੱਗੇ ਵੱਧ ਚੁੱਕੀਆਂ ਨੇ, ਉਹ ਤੁਹਾਡੇ ਖਿਲਾਫ ਜਾ ਰਹੀਆਂ ਨੇ, ਤੁਸੀਂ ਕੀ ਕਰੋਗੇ? ਮਤਲਬ ਉਹ ਹਰ ਚੀਜ਼ ਦੇ ਉੱਤੇ ਜੇ ਉਹ ਅੱਜ ਵੱਡਾ ਮਸਲੇ ਦਾ ਐਲਾਨ ਹੱਲ ਕਰਨਗੇ ਤੇ ਸਵਾਲ ਉੱਥੇ ਵੀ ਹੋਣਾ ਹੈ, ਜਿਵੇਂ ਸਿੱਧੂ ਸਾਹਿਬ ਨੇ ਕਿਹਾ ਕਿ ਰੈਵਨਿਊ ਕਿੱਥੋਂ ਆਉਣਾ, ਖਜ਼ਾਨਾ ਕਿੱਥੋਂ ਕਰਨਾ ਹੈ। ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਵੀ ਨਹੀਂ ਬੋਲ ਰਹੇ ਕਿ ਖਜ਼ਾਨੇ 'ਚ ਕਿੰਨਾ ਕੁ ਪੈਸਾ, ਉਹ ਕਹਿੰਦੇ ਬਸ ਹੁਣ ਤਾਂ ਪੂਰਾ ਆਇਆ, ਹੁਣ ਨਾ ਪਰਵਾਹ ਕਰੋ। ਸੁਖਵਿੰਦਰ, ਜਿਹੜੀ ਇਹ ਸਾਰੀ ਖੇਲ ਚੱਲ ਰਹੀ ਹੈ, ਤੁਹਾਨੂੰ ਦੱਸੋ ਵੀ ਤੁਹਾਡੇ ਘਰ ਕੋਈ ਪਰੌਂਠੇ ਰੱਖ ਜਾਣੇ ਉਹਨਾਂ ਨੇ ਵੀ ਜੇ ਨਹੀਂ ਚੱਲਦੀ ਤੇ? ਜੇ ਚੁੱਪ ਕਰਕੇ ਅੰਦਰੋਂ ਅੰਦਰ ਹੀ ਕਰਨਗੇ ਤੇ ਸਾਨੂੰ ਨੁਕਸਾਨ ਆ। ਇਹ ਰੋਜ਼ ਇੱਟ ਸਿਆਪਾ ਡਾਂਗ ਸੋਟਾ ਖੜ ਕੇ, ਮੈਂ ਤੇ ਕਹਿੰਦਾ ਇਹੋ ਜਿਹੇ 20-25 ਸਿੱਧੂ ਪੰਜਾਬ 'ਚ ਹੋਣੇ ਚਾਹੀਦੇ ਆ, ਪੰਜਾਬ ਦੀ ਧਰਤੀ ਨੂੰ ਪੈਦਾ ਕਰਨੇ ਚਾਹੀਦੇ ਆ। ਮੇਰਾ ਮਤਲਬ ਇਹ ਨਹੀਂ ਕਿ ਤੁਸੀਂ ਭੰਡੀ ਚੱਲੋ। ਸਿੱਧੂ ਸਾਹਿਬ ਨੂੰ ਵੀ, ਜੇ ਉਹ ਪੰਜਾਬ ਦੀ ਕਾਂਗਰਸ ਦੇ ਲੀਡਰ ਆ, ਪੰਜਾਬੀਆਂ ਦੇ ਲੀਡਰ ਆ, ਤਾਂ ਕੱਲਾ ਦੋਹਾਂ ਹੀ ਮੁੱਦਿਆਂ ਦੇ ਉੱਤੇ ਬਾਰ-ਬਾਰ ਪ੍ਰੈਸ ਕਾਨਫਰੰਸਾਂ ਨਾ ਕਰੀ ਜਾਓ। ਲੋਕ ਸਮਝਣਗੇ ਕਿ ਇਹ ਤੇ ਕੇੜ ਕੱਢਣ ਲਈ ਪੋਲਿਟਿਕਸ ਕਰ ਰਿਹਾ ਆ। ਬਾਕੀ ਮੁੱਦਿਆਂ ਦੇ ਉੱਤੇ ਤੁਸੀਂ ਐਨ ਬੋਲੋ ਕਿ ਆਹ ਮੁੱਦੇ ਤੇ ਰੇਤਾ ਬਜਰੀ ਤੇ ਅੱਜ ਕਿਉਂ ਨਹੀਂ ਬੋਲੇ ਪਈ, ਦਾਰੂ ਵਾਲੇ ਤੇ ਕਿਉਂ ਨਹੀਂ ਬੋਲੇ ਪਈ? ਇਹ ਸਾਰਾ ਜਿਨ੍ਹਾਂ ਦੇ ਜੋ ਇਹ ਆਪ ਪ੍ਰਪੋਜ਼ਲਾਂ ਲੈ ਕੇ ਗਏ ਸੀ, ਉਹ ਕਿਉਂ ਨਹੀਂ ਬੋਲਦੇ ਹੁਣ? ਇਹ ਤੇ ਲੋਕ ਸ਼ੱਕ ਕਰਨਗੇ ਕਿ ਕੀ ਇਹ ਵੀ ਡਰਦੇ ਆ ਜਾਂ ਇਹ ਵੀ ਰਲੇ ਹੋਏ ਆ, ਜਾਂ ਹੋਰ ਮੁੱਦੇ ਆ ਕਿ ਜੇ ਅਸੀਂ ਦੁਬਾਰਾ ਆਉਂਦੇ ਆ ਤੇ ਅਸੀਂ ਸਿਹਤ ਸੇਵਾਵਾਂ ਨੂੰ ਸੁਧਾਰਾਂਗੇ, ਅਸੀਂ ਆਮ ਬੰਦੇ ਤੱਕ ਮੁਫਤ ਸਿਹਤ ਸੇਵਾਵਾਂ ਜਿਹੜੀਆਂ ਕੁਆਲਿਟੀ ਦੀਆਂ ਮਿਆਰੀ ਸਿਹਤ ਸੇਵਾਵਾਂ ਦੇਵਾਂਗੇ, ਡਾਕਟਰਾਂ ਦੀ ਭਰਤੀ ਕਰਾਂਗੇ, ਚੰਗੇ ਟੀਚਰ ਜਿਹੜੇ ਕਾਲਜਾਂ 'ਚ ਲੱਗੇ ਦੇ ਆ ਭਰਤੀ ਕਰਨ, ਜੇ ਹੋ ਗਏ ਤੇ ਗਵਰਨਮੈਂਟ ਕਾਲਜਾਂ 'ਚ। ਇਹ ਜਿਹੜੇ ਮੁੱਢਲੇ ਸਾਰੇ ਲੋਕਾਂ ਦੀਆਂ ਪ੍ਰੋਬਲਮਾਂ ਹੈਗੀਆਂ, ਜਿਹੜੀਆਂ ਉਹਨਾਂ ਨੂੰ ਵਿਰਵਾ ਰੱਖਦੀਆਂ, ਸਮਾਜ ਤੋਂ ਅਲੱਗ ਥਲੱਗ ਕਰਕੇ ਰੱਖਦੀਆਂ, ਉਹ ਸਾਰੀ ਗੱਲ ਦਾ ਕਿਸਾਨ ਉੱਥੇ ਬੈਠੇ ਆ, ਕਿਸਾਨਾਂ ਬਾਰੇ ਕਿਉਂ ਨਹੀਂ ਬਾਰ-ਬਾਰ ਗੱਲ ਕਰਦੇ ਸਿੱਧੂ ਸਾਹਿਬ? ਅਜੇ ਘਰ ਆ ਗਏ ਆ, ਉਹ ਕੋਈ ਜਿੱਤ ਹੋ ਗਈ ਆ, ਝੰਡੇ ਵੱਜ ਗਏ ਆ, ਬਿਗਲ ਵੱਜ ਗਏ। ਇਹ ਸਾਰੀਆਂ ਗੱਲਾਂ ਵੀ ਸਿੱਧੂ ਸਾਹਿਬ ਨੂੰ ਨਾਲ ਲੈ ਕੇ ਚੱਲਣੀਆਂ ਪੈਣਗੀਆਂ, ਨਹੀਂ ਤੇ ਇੰਪ੍ਰੈਸ਼ਨ ਇਹ ਜਾ ਰਿਹਾ ਆ ਕਿ ਜਿਵੇਂ ਉਹ ਚੰਨੀ ਸਾਹਿਬ ਨੂੰ ਡਾਊਨ ਕਰਨ ਲਈ ਕਰ ਰਹੇ ਹੋਣ, ਹਾਲਾਂਕਿ ਉਹ ਇੰਜ ਕਹਿੰਦੇ ਨਹੀਂ। ਅੱਜ ਥੋੜੀਆਂ ਜਿਹੀਆਂ ਦੱਬੇ ਜੇ ਮੂੰਹ ਨਾਲ ਤਾਰੀਫਾਂ ਵੀ ਕੀਤੀਆਂ ਕਿ ਦੇਖੋ ਜੀ ਇਹ ਤੇ ਚੰਗਾ ਕੰਮ ਹੋ ਗਿਆ ਕਿ ਬਿਜਲੀ ਦੇ ਬਿੱਲ ਕੱਟ ਗਏ ਆ, ਇਹ ਵੀ ਚੰਗਾ ਕੰਮ ਹੋ ਗਿਆ ਕਿ ਜੇ ਕੋਈ ਪੈਟਰੋਲ ਡੀਜ਼ਲ ਦੇ ਕੱਟ ਗਏ। ਨਾਲ ਇਹ ਕਹਿਤਾ ਕਿ ਇਸ ਨੂੰ ਸਿਰਫ ਵੋਟਾਂ ਲਈ ਨਾ ਕਰਿਓ, ਵੋਟਾਂ ਦੀ ਖਾਤਰ ਨਾ ਕਰਿਓ, ਸੱਚੇ ਦਿਲੋਂ ਕਰੋ ਤਾਂ ਕਿ ਇਸ ਦੀ ਸਸਟੇਨੇਬਿਲਿਟੀ ਦਾ ਵੀ ਪਤਾ ਚੱਲੇ। ਇਹ ਤੇ ਗੱਲ ਸੀ ਉਹਨਾਂ ਦੀ ਠੀਕ ਆ ਵੀ ਇਹ 3 ਮਹੀਨੇ ਲਈ ਨਾ ਲੋਕਾਂ ਦੇ ਢੋਲੀਆਂ 'ਚ ਤੇਲ ਪਾ ਦਿਓ, ਬਾਅਦ ਵਿੱਚ ਮਗਰੋਂ ਪੈਟਰੋਲ ਪੰਪ ਸੁੱਕੇ ਹੋਣ ਤੇ ਲੋਕ ਪਹਿਲੇ ਤੋਂ ਵੀ ਜਾਣ, ਮਹਿੰਗੇ ਵਾਲੇ ਤੋਂ ਵੀ ਜਾਣ। ਇਹੋ ਜਿਹਾ ਕੰਮ ਨਾ ਹੋਵੇ, ਇਹ ਉਹਨਾਂ ਦੀ ਚਿੰਤਾ ਠੀਕ ਆ। ਪਰ ਮੇਰਾ ਖਿਆਲ ਹੈ ਕਿ ਆਪਾਂ ਨੂੰ ਉਹਨਾਂ ਨੂੰ ਸੱਚੀ ਮੁੱਚੀ ਹੀ ਪੰਜਾਬ ਦੇ ਉਹਨਾਂ ਲੀਡਰਾਂ ਚੋਂ ਲੱਗਣਾ ਚਾਹੀਦਾ ਆ ਜਿਹੜੇ ਪੰਜਾਬੀ ਦੇ ਸਾਰਿਆਂ ਪੰਜਾਬੀਆਂ ਦੇ ਅੱਜ ਜਿਹੜੇ ਦਰਪੇਸ਼ ਮੁੱਖ ਮਸਲੇ ਆ, ਉਹ ਸਾਰਿਆਂ ਦੇ ਉੱਤੇ ਕੋਈ ਨਾ ਕੋਈ ਉਹਨਾਂ ਦੀ ਕੰਪਰੀਹੈਂਸਿਵ ਕਮੈਂਟਰੀ ਆਉਣੀ ਚਾਹੀਦੀ ਹੈ। ਇਕੱਲਾ ਬਾਰ-ਬਾਰ 2 ਮਸਲਿਆਂ ਤੇ ਹੁੰਦਾ, ਇੱਕ ਜਿਹੜਾ ਏਜੀ ਵਾਲਾ, ਇੱਕ ਡੀਜੀਪੀ ਵਾਲਾ, ਔਰ ਉਹਨਾਂ ਦੇ ਨਾਲ ਗਾਂ ਦੋ ਹੀ ਮਸਲੇ ਰਲੇ, ਇੱਕ ਬਰਗਾੜੀ ਵਾਲਾ ਤੇ ਇੱਕ ਨਸ਼ਿਆਂ ਦਾ। ਬਾਕੀ ਗੱਲਾਂ ਜਿਹੜੀਆਂ ਉਹ ਵੀ ਇੰਪੋਰਟੈਂਟ ਹੈਗੀਆਂ, ਉਹ ਛੱਡਣੀਆਂ ਨਹੀਂ ਚਾਹੀਦੀਆਂ। ਇਸ ਲਈ ਜਿਹੜੀ ਸਿੱਧੂ ਸਾਹਿਬ ਤੇ ਇਹਨਾਂ ਦੀ ਚੰਨੀ ਸਾਹਿਬ ਦੀ ਆਪਸ ਵਿੱਚ ਜਿਹੜੀ ਗੱਲ ਹੈਗੀ ਆ, ਉਹ ਜਿੰਨੀ ਵੀ ਪਬਲਿਕ 'ਚ ਹੁੰਦੀ ਆ, ਹਾਲਾਂਕਿ ਉਹਨਾਂ ਦੀ ਆਪਣੀ ਸੋਨੀਆ ਗਾਂਧੀ ਨੇ, ਪ੍ਰਧਾਨ ਮੰਤਰੀ ਨੇ ਕਿਹਾ ਕਿ ਤੁਸੀਂ ਪ੍ਰੈਸ 'ਚ ਨਹੀਂ ਜਾਣਾ। ਕਿਹਨੂੰ ਕਿਹਾ? ਨਵਜੋਤ ਸਿੰਘ ਸਿੱਧੂ ਨੂੰ ਕਿਹਾ ਨਾ, ਬਾਰ-ਬਾਰ ਜਾਂਦੇ ਆ। ਇਹਦਾ ਮਤਲਬ ਤੇ ਇਹ ਨਿਕਲਦਾ ਆ ਕਿ ਹੋ ਸਕਦਾ ਜਾਂ ਤੇ ਇਹਨਾਂ ਦੀ ਸੁਣਾਈ ਨਾ ਹੁੰਦੀ ਹੋਵੇ, ਜਾਂ ਸਿੱਧੂ ਸਾਹਿਬ ਕਹਿੰਦੇ ਆ ਵੀ ਠੀਕ ਆ, ਆਪਾਂ ਸਰਕਾਰ 'ਚ ਨਹੀਂ ਹੈ, ਬਾਹਰ ਰਹਿ ਕੇ ਸਰਕਾਰ ਚਲਾਈ ਜਾਂਦੇ ਆ, ਵੀ ਇੱਥੇ ਰੋਜ਼ ਪ੍ਰੈਸ ਕਾਨਫਰੰਸ ਕਰ ਦਿੰਦੇ ਆ, ਇਹੋ ਜਿਹਾ ਦਬਾਅ ਪਾਵਾਂਗੇ ਅਸੀਂ
ਕਿ ਨਾ ਚੀਫ ਮਿਨਿਸਟਰ ਹੁੰਦੇ ਹੋਏ ਵੀ ਤੇ ਚੀਫ ਮਿਨਿਸਟਰ ਤੇ ਜਿਹੜਾ ਵੀ ਕਾਂਗਰਸ ਦਾ ਹੀ ਆ ਉਹਦੇ ਤੇ ਦਬਾਅ ਇੰਨਾ ਪਾ ਦਾਂਗੇ ਕਿ ਜੇ ਆਪਾਂ ਹੁੰਦੇ ਨਾ ਕੋਈ ਜ਼ਿੰਮੇਵਾਰੀ ਚੀਫ ਮਿਨਿਸਟਰ ਚੰਨੀ ਸਾਹਿਬ ਦੀ, ਦਬਾਅ ਇਹਨਾਂ ਦਾ ਰੋਜ਼, ਤੇ ਕੰਮ ਦੀ ਜਿਹੜੇ ਹੋਣਗੇ ਤੇ ਵਾਹ ਜਿਹੜੀ ਕਿਹਦੀ ਸਿੱਧੂ ਦੀ ਹੋਊਗੀ ਵੀ ਹਾਂ ਭਾਈ ਬੋਲਿਆ ਬਹੁਤ, ਐਨ ਕੰਮ ਕਰਾ ਕੇ ਹੀ ਗਿਆ। ਇਹ ਸਾਰੀ ਪੋਲਿਟਿਕਸ ਵੀ ਚੱਲ ਰਹੀ ਹੈ, ਪਾਵਰ ਗੇਮ ਵੀ ਚੱਲ ਰਹੀ ਹੈ, ਪਰ ਆਮ ਜਨਤਾ ਨੂੰ ਇਹਦਾ ਕੋਈ ਨੁਕਸਾਨ ਨਹੀਂ। ਤਮਾਸ਼ੇ ਦਾ ਤਮਾਸ਼ਾ ਦੇਖੋ, ਮਨੋਰੰਜਨ ਦਾ ਮਨੋਰੰਜਨ ਕਰੋ, ਤੇ ਕੰਮ ਦੇ ਕੰਮ ਨਾਲੋਂ ਨਾਲ ਹੋਣ ਦੀ ਉਮੀਦ ਰੱਖੋ। ਬਿਲਕੁਲ 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 ਚਾਹੀਦਾ, ਜਿਵੇਂ ਤੁਸੀਂ ਗੱਲ ਕੀਤੀ ਕਿ ਸਿੱਧੂ ਸਾਹਿਬ ਨੂੰ ਡੀਏਪੀ ਖਾਦ ਦਾ ਮੁੱਦਾ ਵੀ ਚੁੱਕਣਾ ਚਾਹੀਦਾ ਹੈ। ਕਿਸਾਨ ਪਰੇਸ਼ਾਨ ਨੇ, ਅਕਾਲੀ ਦਲ ਨੇ ਚੁੱਕਤਾ, ਅਲਟੀਮੇਟਮ ਦੇਤਾ ਕਿ ਜੇ ਨਾ ਹੱਲ ਕੱਢਿਆ ਤੇ ਫਿਰ ਅਸੀਂ ਤਿਆਰ ਹਾਂ ਤੁਹਾਡਾ ਵਿਰੋਧ ਕਰਨ ਲਈ, ਉਵੇਂ ਜਿਵੇਂ ਜਿਵੇਂ ਪਿਛਲੇ ਦਿਨੀ ਕੀਤਾ ਸੀਗਾ। ਅੱਛਾ, ਅਗਲੀ ਗੱਲ ਜਿਹੜੀ ਪ੍ਰੋਫੈਸਰ ਸਾਹਿਬ ਬੇਅਦਬੀ ਵਾਲੇ ਮਸਲਿਆਂ ਨੂੰ ਇਹ ਵੀ ਅੱਗੇ ਵਧੇ, ਇੱਕ ਤਾਂ ਰਾਮ ਰਹੀਮ ਤੋਂ ਪੁੱਛਗਿੱਛ ਹੋ ਰਹੀ ਹੈ ਕਾਫੀ ਲੰਮਾ, ਜਦੋਂ ਤੱਕ ਆਪਾਂ ਚਰਚਾ ਕਰ ਰਹੇ ਹਾਂ ਸ਼ਾਇਦ ਪੁੱਛਗਿੱਛ ਮੁੱਕ ਵੀ ਗਈ ਹੋਵੇ, ਪਰ ਇਹ ਵੀ ਅਹਿਮੀਅਤ ਰੱਖਦੀ ਹੈ। ਦੂਜੇ ਪਾਸੇ ਕੋਟਕਪੂਰੇ ਵਾਲਾ ਮਾਮਲਾ, ਇਹ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ, ਉਹਨਾਂ ਨੇ ਵੀ ਅੱਗੋਂ ਇਹਦਾ ਨੋਟਿਸ ਲੈ ਕੇ ਜਵਾਬ ਤਲਬ ਕੀਤਾ ਆ। ਇਹਨੂੰ ਦੋਨਾਂ ਨੂੰ ਕਿੱਦਾਂ ਜੋੜ ਕੇ ਦੇਖਦੇ ਹੋ ਕਿ ਰਾਮ ਰਹੀਮ ਦੇ ਨਾਲ ਇੱਕ ਕਿੱਸਾ ਜਿਹੜਾ ਪੰਜਾਬ ਦੇ ਵਿੱਚ ਨਵਾਂ ਸ਼ੁਰੂ ਹੋ ਜਾਣਾ ਜੇ ਬੇਅਦਬੀ ਵਾਲਾ? ਮੈਂ ਸੁਣ ਰਿਹਾ ਸੀ ਪਰਮਾਰ ਸਾਹਿਬ ਨੂੰ ਜਿਹੜੇ ਇਹਦੀ ਜਾਂਚ ਕਰ ਰਹੇ ਨੇ, ਉਹ ਕਹਿ ਰਹੇ ਸੀ ਕਿ ਬਸ ਇਹ ਆਖਰੀ ਘੜੀ ਹੈ, ਇਸ ਤੋਂ ਬਾਅਦ ਤੁਸੀਂ ਦੇਖਿਓ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਸਭ ਕੁਝ ਬਦਲਦਾ। ਦੇਖੋ, ਜਿਹੜਾ ਕੋਟਕਪੂਰੇ ਦਾ ਸੁਪਰੀਮ ਕੋਰਟ ਤੱਕ ਜਾਣਾ, ਉਹ ਤੇ ਇਹ ਆ ਕਿ ਜਦੋਂ ਸਰਕਾਰ ਦੀ ਬਣਾਈ ਹੋਈ ਕਮੇਟੀ ਨੂੰ ਹਾਈ ਕੋਰਟ ਨੇ ਕਹਿਤਾ ਵੀ ਇਹਦੇ ਬਾਅਦ ਹੈਗੀ ਆ ਕੁਮਰ ਵਿਜੇ ਪ੍ਰਤਾਪ ਸਿੰਘ ਦੀ SIT, ਉਹ ਰਿਪੋਰਟ ਕੈਂਸਲ ਕਰਤੀ, ਨਵੀਂ SIT ਬਣੀ ਤੇ ਨਵੇਂ ਸਿਰਿਓਂ 6 ਮਹੀਨਿਆਂ ਦੇ ਅੰਦਰ ਰਿਪੋਰਟ ਸਬਮਿਟ ਕਰਨੀ ਸੀਗੀ। ਉਹ 6 ਮਹੀਨੇ ਪੂਰੇ ਹੋ ਗਏ ਤੇ ਇਸੇ ਕਰਕੇ ਸਿੱਧੂ ਸਾਹਿਬ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਵੀ ਕਿਉਂ ਨਹੀਂ ਕੀਤੀ ਤੁਸੀਂ? ਜਿਵੇਂ ਮਾਨੀਟਰ ਹੁੰਦਾ ਜਾਂ ਹੈਡਮਾਸਟਰ ਹੁੰਦਾ ਟੀਚਰਾਂ ਨੂੰ ਕੋਸਦਾ, ਤੇ ਉਸ ਕਿਸਮ ਨਾਲ ਉਹਨਾਂ ਨੇ ਐਡਮਿਨਿਸਟ੍ਰੇਸ਼ਨ ਕੀਤੀ ਹੈਗੀ ਥੋੜੀ ਬਹੁਤ, ਕਿ ਤਾਂ ਕਿ ਦਬਾਅ ਸਰਕਾਰ ਤੇ ਬਣਿਆ ਰਹੇ। ਹੋ ਸਕਦਾ ਚੰਨੀ ਸਾਹਿਬ ਕੋਈ AG ਦਾ, DGP ਦਾ, ਰੇਤਾ ਬਜਰੀ ਦਾ, ਇਹ ਮੁੱਖ ਜਿਹੜੇ ਮਾਮਲੇ ਹੈਗੇ ਆ, ਕੋਈ ਕੱਲ ਨੂੰ ਨਵਾਂ ਜਿਹੜਾ ਟੋਕਰੀ ਥੱਲਿਓਂ ਕਬੂਤਰ ਉਹ ਕੱਢਣ ਤੇ ਤਾਂ ਸਾਰੇ ਲੋਕ ਉਸ ਗੱਲ ਨੂੰ ਵੇਖ ਕੇ ਖੁਸ਼ ਹੋ ਜਾਣ ਵੀ ਕੰਮ ਤੇ ਬੜਾ ਤਕੜਾ ਕੀਤਾ। ਜਿਹੜੀ ਉੱਥੇ ਗਈ ਰਿਪੋਰਟ ਸੁਪਰੀਮ ਕੋਰਟ ਦੇ ਵਿੱਚ, ਉਹ ਇਸੇ ਕਰਕੇ ਗਈ ਕਿ ਉਹਨੂੰ ਇਹ ਹਾਈ ਕੋਰਟ ਦੇ ਵਿੱਚ ਸਰਕਾਰ ਗਈ ਹੈ ਕਿ ਤੁਸੀਂ ਇਸ ਨੂੰ ਅਸੀਂ ਚੈਲੰਜ ਕਰਦੇ ਹਾਂ, ਸਾਡੀ ਰਿਪੋਰਟ ਉਹ ਠੀਕ ਹੈ, ਉਹ ਇੱਕ ਪੈਰਲਲ ਕੰਮ ਚੱਲਦਾ, ਉਹਦੇ ਨੋਟਿਸ ਆਏ ਹੋਣਗੇ। ਜਿਹੜੀ ਉੱਥੇ ਵਾਲੀ ਗੱਲ ਹੈ ਸਨਾਰੀਆ ਜੇਲ੍ਹ ਦੇ ਵਿੱਚ, ਉਹ ਤੇ ਉੱਥੇ ਦੇ ਲੋਕ ਬੜੇ ਪਰੇਸ਼ਾਨ। ਮੈਂ ਸਵੇਰੇ ਰਿਪੋਰਟਾਂ ਦੇਖ ਰਿਹਾ ਸੀ, ਉਹ ਕਹਿੰਦੇ ਬਾਬਾ ਇੱਥੇ ਕਿੱਥੋਂ ਰੱਖ ਗਿਆ, ਬਾਬੇ ਨੂੰ ਇੱਥੋਂ ਲੈ ਜਾਓ, ਅਸੀਂ ਤੇ ਬੜੇ ਪਰੇਸ਼ਾਨ ਹੈ। ਤੂੰ ਪੁੱਛਿਆ ਬੀਬੀ ਨੂੰ ਕਿ ਕਿਉਂ ਪਰੇਸ਼ਾਨ ਹੈ? ਉਹ ਕਹਿੰਦੇ ਅਸੀਂ ਆਪਣੇ ਲੋਕਾਂ ਦੇ ਨਾਲ ਜਿਹੜੇ ਅੰਦਰ ਕੈਦੀ ਹੈਗੇ ਉਹਨਾਂ ਨੂੰ, ਰਿਸ਼ਤੇਦਾਰਾਂ ਨੂੰ ਮੁਲਾਕਾਤ ਕਰਨ ਆਉਂਦੇ ਆ, ਸਾਨੂੰ 2 ਕਿਲੋਮੀਟਰ ਦੂਰ ਬਾਹਰ ਹੀ ਝੋਲੇ ਲੈ ਕੇ ਬੈਠੇ ਹੋਏ ਆ, ਉੱਥੇ ਜਾਣ ਹੀ ਨਹੀਂ ਦਿੰਦੇ। ਇੱਕੋ ਹੀ ਕੋਈ VIP ਆ ਗਿਆ, ਸਾਡੀ ਕੋਈ ਪੁੱਛਗਿੱਛ ਨਹੀਂ ਹੈ, ਸਾਨੂੰ ਪਤਾ ਨਹੀਂ ਉਂਝ ਹੀ ਮੋੜ ਦੇਣਗੇ। ਤੇ ਉਹ ਕਹਿੰਦੇ ਬਾਬਾ ਨੂੰ ਇੱਥੇ ਲੈ ਜਾਓ, ਸਾਡਾ ਤੇ ਕੰਮ ਇਹ ਬਹੁਤ ਖਰਾਬ ਹੋਇਆ। ਹੁਣ ਬਾਬੇ ਨੂੰ ਕਿੱਥੋਂ ਲੈ ਜਾਣ? ਬਾਬਾ ਹੈ ਹੀ ਸਰਸੇ ਦਾ, ਤੇ ਉਹਨੇ ਹਰਿਆਣੇ 'ਚ ਹੀ ਰਹਿਣਾ, ਪੰਜਾਬ 'ਚ ਥੋੜੀ ਆਉਣਾ। ਸਰਸੇ ਦੇ ਡੇਰਾ ਤੇ ਹਰਿਆਣੇ 'ਚ ਹੀ ਰਹੂਗਾ। ਸਨਾਰੀਆ ਜੇਲ੍ਹ 'ਚ ਰੱਖੋ ਜਾਂ ਤਿਹਾੜ ਜੇਲ੍ਹ 'ਚ ਰੱਖੋ, ਜਿੱਥੇ ਤਿਹਾੜ ਤੇ ਦਿੱਲੀ 'ਚ ਪੈਂਦੀ ਉੱਥੇ ਨਹੀਂ ਰੱਖਣਗੇ। ਕਿਤੇ ਵੀ ਰੱਖਣਾ ਜਿੱਥੇ ਰੱਖੋ, ਉਹ ਤੁਹਾਡੀ ਜ਼ਿੰਮੇਵਾਰੀ ਹੈਗੀ ਆ। ਤੇ ਬਾਬੇ ਦੇ ਨਾਲ ਜਿਹੜੀ ਮੁਲਾਕਾਤ ਲੰਬੀ ਹੋਣੀ, ਇਹ ਕੱਲ ਤੱਕ ਆ ਜੂਗੀ, ਲੀਕ ਹੋਊਗੀ। ਵੈਸੇ ਬੜੀ ਛੇਤੀ ਤੇ ਨਹੀਂ ਹੋਊਗੀ, ਪਰ ਕੱਢਣ ਵਾਲੇ ਤੁਹਾਡੇ ਵਰਗੇ ਬੰਦੇ ਪਿੱਛੇ ਨਾਲ ਹੀ ਸੁੰਘਦੇ ਇੱਕ ਚੈਨਲ ਵਾਲੇ ਦੇ ਸਵੇਰੇ ਪਹੁੰਚ ਵੀ ਗਏ ਸੀ, ਉਹ ਪਹੁੰਚ ਜਾਣਗੇ, ਲੈ ਆਉਣਗੇ ਕਿ ਅੰਦਰ ਕਿਹੜੀ ਗੱਲਬਾਤ ਹੋਈ ਹੈ। ਵਿੱਚੋਂ ਹੀ ਕਈਆਂ ਨੇ ਦੱਸੇ ਵੀ ਦੇਣੀ ਆ, ਮਾੜੀ ਮੋਟੀ ਤੇ ਪਤਾ ਲੱਗੂਗੀ। ਉਹ ਹੋ ਸਕਦਾ ਬਾਬਾ ਜੀ ਜਾਂ ਤੇ ਕਿਸੇ ਦਾ ਕੰਮ ਕਾਫੀ ਬਚਾ ਸਕਦੇ ਆ, ਤੇ ਜਾਂ ਕਿਸੇ ਦਾ ਝੁੱਗਾ ਵੀ ਚੌੜ ਕਰ ਸਕਦੇ ਆ, ਕਿਉਂਕਿ ਸਾਰੇ ਭੇਦ ਤੇ ਉਹਨਾਂ ਕੋਲ ਹੈ ਹੀ ਹੈ। ਉਹ ਅਗਲਾ ਕਹਿੰਦਾ ਵੀ ਹਮ ਤੇ ਡੁੱਬੇ, ਅਬ ਜਜਮਾਨੋਂ ਕੋ ਵੀ ਲੈ ਕੇ ਡੁੱਬੋ। ਹੁਣ ਕੀ ਕਰਨਾ ਅਸੀਂ ਤੇ ਬੈਠੇ ਅੰਦਰ, ਸਾਨੂੰ ਤੇ ਜੋ ਹੋਣਾ ਸੀ, ਜੋ ਹੋ ਗਿਆ। ਤੇ ਬਾਕੀ ਹੁਣ ਇਹ ਜਿਹੜਾ ਉਹਨਾਂ ਵਾਲਾ ਕੀ, ਉਹ ਜਿਹੜੀ ਕੀ ਅੰਦਰ ਬੀਨ ਵੱਜ ਰਹੀ ਹੈ ਤੇ ਕੀ ਉਹਦੇ ਚ ਬਾਅਦ ਵਿੱਚ ਨਿਕਲੂਗਾ, ਇਹ ਥੋੜਾ ਜਿਹਾ ਆਪਾਂ ਵੇਟ ਕਰ ਲਈਏ ਬਹੁਤੀਆਂ ਜਿਹੜੀਆਂ ਕਿਆਸ ਰਾਈਆਂ ਨਾਲੋਂ। ਪਰ ਆਪਣੇ ਆਪ 'ਚ ਲੰਬੀ ਦੇਰ ਤੱਕ, ਕਈ ਘੰਟੇ, 5-6 ਘੰਟੇ ਮੇਰਾ ਖਿਆਲ ਹੋ ਗਏ ਆ, ਉਸ ਦਾ ਲਗਾਤਾਰ ਚੱਲੀ ਜਾਣਾ, ਇੰਨੀ ਲੰਬੀ, ਉਹਦੇ ਨਾਲ ਵੀ ਜ਼ਿਆਦਾ ਚੱਲਣਾ, ਕੁਛ ਨਾ ਕੁਛ ਤੇ ਮਾਲ ਮਿਲ ਹੀ ਰਿਹਾ ਹੋਊਗਾ, ਨਹੀਂ ਤੇ ਇਹਨਾਂ ਨੇ ਛੇਤੀ ਮੋੜ ਆਉਣਾ ਸੀ, ਘੰਟੇ 'ਚ ਮੋੜ ਆਉਣਾ ਸੀ। ਔਰ ਦੂਸਰਾ, ਇਸ ਗੱਲ ਨੂੰ ਇਸ ਗੱਲ ਨਾਲ ਵੀ ਜੋੜ ਕੇ ਦੇਖੋ ਕਿ ਜੋ ਬਾਬਾ ਜੀ ਦੀ ਵੈਲਿਊ ਅੱਜ ਹੈਗੀ ਹੈ, ਉਹ ਪਹਿਲਾਂ ਨਹੀਂ ਸੀ ਕਦੀ ਵੀ। ਉਹ ਹੁਣੇ ਤਾਂ ਕਿ ਕੋਈ 1 ਮਹੀਨੇ ਦੀ ਸਰਕਾਰ ਬਚੀ ਹੈ, ਉਹ ਬਾਬਾ ਜੀ ਕੋਲੋਂ ਜੋ ਵੀ ਮਾਲ ਇਕੱਠਾ ਕਰਕੇ ਲਿਆਉਣਾ, ਉਹ ਹੁਣ ਪੁੜੀਆਂ 'ਚ ਪਾ ਕੇ ਵੰਡਣਾ ਸ਼ੁਰੂ ਕਰਨਗੇ ਜਦ ਤੱਕ ਚੋਣਾਂ 2022 ਵਾਲੀਆਂ ਨਹੀਂ ਹੋ ਜਾਂਦੀਆਂ। ਇਸ ਲਈ ਹੋ ਸਕਦਾ ਬਾਬਾ ਜੀ ਨਾਲ ਇਹ ਆਖਰੀ ਮੁਲਾਕਾਤ ਨਾ ਹੋਵੇ, 1-2 ਹੋਰ ਕਰ ਲੈਣ,
ਜਦ ਤੱਕ ਮਾਲ ਵਿਕਦਾ ਪੂਰਾ ਉਸ ਗੱਲ ਦਾ, ਉਹ ਵੇਚਣਗੇ, ਰਾਜਨੀਤਿਕ ਲੋਕ ਹੈਗੇ ਆ। ਪਰ ਨਾਲ ਹੀ ਇਹ ਗੱਲ ਜ਼ਰੂਰ ਆ ਕਿ ਜੋ ਕਾਚੂ ਮਾਚੂ ਸਾਰਾ ਇੱਥੇ ਅੱਜ ਤੱਕ ਹੋ ਹੀ ਗਿਆ, ਇੱਕ ਪਾਸੇ ਤੇ ਸਿੱਧੂ ਸਾਹਿਬ ਐਨ ਪੋਤੜੇ ਫੋਲੀ ਤੁਰੇ ਜਾਂਦੇ ਆ, ਉਧਰੋਂ ਬਾਬਾ ਜੀ ਵੀ ਜੇ ਇਸ ਪਾਸੇ ਸਿੱਧੂ ਵਾਂਗੂ ਲੱਗ ਪੈਣ, ਮੈਨੂੰ ਲੱਗਦਾ ਪੰਜਾਬ ਦਾ ਕਾਫੀ ਸੁਧਾਰ ਹੋ ਜੂ। ਸੁਖਵਿੰਦਰ, ਸੱਚ ਬੋਲਣ ਦੀ ਸਾਨੂੰ ਜ਼ਰੂਰ ਆ, ਉਹ ਤੇ ਹੈ ਹੀ ਬਾਬਾ, ਉਹ ਤੇ ਹੈ ਹੀ ਸੱਚ ਦੇ ਦਰਬਾਰ, ਮਤਲਬ ਉੱਥੇ ਉਹਨਾਂ ਦਾ ਜਿਹੜਾ ਸਾਰਾ ਬਾਬਾ ਜੀ ਦਾ ਮੰਨਦੇ ਆ। ਉਹ ਠੀਕ ਹੈ ਕਿ ਬਾੜੇ ਬੜੇ ਕੇਸ, ਇੱਕ ਉਮਰ ਕੈਦ ਹੋ ਗਈ, ਰੇਪ ਦਾ ਵੀ ਹੋ ਗਿਆ, ਮਰਡਰ ਦਾ ਵੀ ਹੋ ਗਿਆ, ਪਰ ਉਹ ਸੱਚਾ ਸੌਦਾ ਕਹਿੰਦੇ ਆਪਣੇ ਆਪ ਨੂੰ, ਸੱਚਾ ਸੌਦੇ ਵਾਲੇ ਬਾਬਾ। ਜੇ ਸੱਚੀ ਮੁੱਚੀ ਉਹ ਟਾਈਟਲ ਨੂੰ ਹੁਣ ਜਸਟੀਫਾਈ ਕਰਨਾ, ਖੋਲ ਦੇਣ ਸਾਰੇ ਖਲਾਸੇ, ਦੇਖੀ ਜਾਊਗੀ ਜਿਹੜੀ ਵੀ ਹੋਊਗੀ ਕਿ ਚਲੋ ਜੋ ਹੈ ਆਖਰ ਲੋਕ, ਫਿਰ ਇੱਕ ਇੱਜ਼ਤ ਬਹੁਤ ਬਣ ਜਾਂਦੀ ਹੈ ਵੀ ਆਖਰ ਜੋ ਹੈ ਸੱਚ ਤੇ ਬੋਲਿਆ, ਆਖਰ ਸੱਚ ਰਹਿ ਜਾਏ, ਸੱਚਾ ਸੌਦਾ ਹੋ ਜਾਏ। ਇਹ ਗੱਲ ਦੀ ਸਾਨੂੰ ਉਮੀਦ ਕਰਨੀ ਚਾਹੀਦੀ ਜੀ। ਆਖਰੀ ਖਬਰ ਜਿਹੜੀ ਲਖੀਮਪੁਰ ਘਟਨਾ ਨੂੰ ਲੈ ਕੇ ਮਾਨਯੋਗ ਸੁਪਰੀਮ ਕੋਰਟ ਪਹਿਲਾਂ ਵੀ ਫਟਕਾਰਾਂ ਲਾ ਚੁੱਕੇ ਨੇ, ਫੇਰ ਫਟਕਾਰ ਲਾਈ ਹੈ। ਦੇਖੋ, ਇਹਦੇ ਚ ਤੇ ਸਾਰਿਆਂ ਨੂੰ ਪਤਾ, ਬੱਚੇ ਨੂੰ, ਸਾਡੇ ਹਰ ਸੁਣਨ ਵਾਲੇ ਨੂੰ, ਸਰੋਤੇ ਨੂੰ ਪਤਾ ਕਿ ਉੱਥੇ ਸਟੇਟ ਹੋਮ ਮਿਨਿਸਟਰ ਦਾ, ਟੈਣੀ ਦਾ, ਜਿਹਨੂੰ ਅਜੇ ਮਿਸ਼ਰਾ ਕਹਿੰਦੇ ਆ, ਉਹਦਾ ਫਰਜ਼ੰਦ ਬੱਚਾ ਇਨਵੋਲਡ ਆ। ਤੇ ਅੱਗੇ ਜਿਹੜਾ ਚੀਫ ਮਿਨਿਸਟਰ ਆ, ਉਹ ਤੁਹਾਨੂੰ ਪਤਾ ਕੰਨ ਚ ਮੁੰਦਰ ਪਾਈ ਫਿਰਦਾ ਵੀ ਮੈਂ ਯੋਗੀ ਆ। ਯੋਗੀ ਵਾਂਗੂ, ਸੱਚੀ ਮੈਂ ਮਜ਼ਾਕ ਚ ਨਹੀਂ ਕਹਿ ਰਿਹਾ, ਯੋਗੀ ਮੁੰਦਰ ਪਾਈ ਹੋਈ ਆ। ਕੱਲ ਮੈਂ ਫੋਟੋ ਦੇਖ ਰਿਹਾ ਸੀ ਉਹਨਾਂ ਦੀ ਟੀਵੀ ਤੇ ਹੁਣ ਉਹ ਯੋਗੀ ਕਿਹੋ ਜਿਹੇ ਆ, ਉਹ ਆਪਾਂ ਸਾਰੇ ਜਾਣਦੇ ਆ। ਤੇ ਜਿਹੜੇ ਲਵ ਜਿਹਾਦ ਦੇ ਕਾਨੂੰਨ ਲੈ ਕੇ ਆਉਂਦੇ ਆ, ਜਿਹੜੇ ਹੋਰ ਗਾਂ ਦਾ ਬਿਲਕੁਲ ਵਾਲ ਨਹੀਂ ਵਿੰਗਾ ਹੋਣ ਦੇਣਾ ਚਾਹੁੰਦੇ, ਬੰਦੇ ਭਾਵੇਂ ਮਾਰ ਦਿੱਤੇ ਜਾਣ, ਉਹੋ ਜਿਹੇ ਯੋਗੀ ਹੈਗੇ ਆ, ਬੜੇ ਪ੍ਰਸਿੱਧ ਗੋਰਖਨਾਥ ਦੇ ਟਿੱਲੇ ਦੇ, ਤਾਂ ਗੋਰਖਪੁਰ ਤੋਂ ਹੈਗੇ ਆ। ਹੁਣ ਉਹਨਾਂ ਨੇ ਵੀ ਇਹਨਾਂ ਦੀ ਪੇਸ਼ ਨਹੀਂ ਜਾਣ ਦੇਣੀ, ਜੋ ਮਰਜ਼ੀ ਹੋਵੇ। ਕਿਤੇ ਆਪਸੀ, ਮੈਂ ਅੱਗੇ ਵੀ ਕਿਹਾ ਸੀ, ਜੇ ਆਪਸੀ ਅਗਲੇ ਕਿਤੇ ਲੜਾਈ ਕਰਕੇ, ਜਿਹੜੀਆਂ ਅੰਦਰੂਨੀ ਪਾਰਟੀ ਦੀਆਂ ਹੁੰਦੀਆਂ, ਜਿਵੇਂ ਇੱਥੇ ਸਿੱਧੂ ਵਰਸਸ ਕਾਂਗਰਸ ਗਵਰਨਮੈਂਟ ਹੋਈ ਜਾਂਦਾ, ਉੱਥੇ ਕੋਈ ਇਹੋ ਜਿਹਾ ਪੇਜ ਪੈ ਜੇ ਤੇ ਭਾਵੇਂ ਇਨਸਾਫ ਮਿਲ ਜੇ। ਦੋਵੇਂ FIR ਜਿਵੇਂ ਦਰਜ ਹੋਈਆਂ, ਉਹ ਬੜੀਆਂ ਵੀਕ, ਫੈਕਟ ਇਕੱਠੇ ਨਹੀਂ ਕੀਤੇ ਗਏ। 2-3 ਵਾਰੀ ਪਹਿਲਾਂ ਸੁਪਰੀਮ ਕੋਰਟ ਫਟਕਾਰਾਂ ਪਾ ਚੁੱਕੀ ਆ। ਹੁਣ ਰਿਟਾਇਰਡ ਜੱਜ ਦਾ, ਰਣਜੀਤ ਸਿੰਘ ਦਾ, ਉਹ ਨਾਂ ਲੈ ਰਹੇ ਆ ਪੰਜਾਬ ਹਰਿਆਣਾ ਹਾਈ ਕੋਰਟ ਤੋਂ, ਉਹਦੇ ਤੋਂ ਕੋਈ ਹੋਰ ਬੰਦਾ ਵੀ ਨਾਲ ਲਾਉਣਗੇ। ਉਹ ਕਹਿੰਦੇ ਕਿ ਇਹਨਾਂ ਦੀ ਨਿਗਰਾਨੀ ਥੱਲੇ ਪੂਰੀ ਚੰਗੇ ਤਰੀਕੇ ਨਾਲ ਤਹਿਕੀਕਾਤ ਹੋਏ। ਜੇ ਸਾਡੇ ਕੋਲੋਂ ਤਹਿਕੀਕਾਤ ਹੀ, ਇਨਵੈਸਟੀਗੇਸ਼ਨ ਹੀ ਪੂਰੀ ਠੀਕ ਨਹੀਂ ਹੈਗੀ, ਤਾਂ ਫਿਰ ਗਾਂ FIR ਜਿਹੜੇ ਉੱਥੇ ਚਲਾਨ ਹੋਣੇ ਜਾਂ ਪੇਸ਼ ਹੋਣੇ, ਸਾਰੀ ਰਿਪੋਰਟ ਪੇਸ਼ ਹੋਣੀ ਆ, ਉਹ ਕੇਸ ਹੋਣਾ ਹੀ ਨਹੀਂਗਾ, ਉਹ ਤੇ ਬਰੀ ਹੋ ਹੀ ਜਾਣਗੇ ਕਿਸੇ ਨਾ ਕਿਸੇ ਤਰੀਕੇ ਨਾਲ। ਇਸ ਲਈ ਇਹ ਕਾਫੀ ਜਦੋਜਹਿਦ ਵਾਲੀ ਗੱਲ ਆ। ਪਰ ਇਸ ਗੱਲ ਦਾ, ਕਿਉਂਕਿ ਖੁਦ CJI ਰਮੰਨਾ ਸਾਹਿਬ ਇਸ ਗੱਲ ਦੇ ਉੱਤੇ ਇਨਵੋਲਡ ਆ, ਫੈਸਲੇ ਲੈ ਰਹੇ ਆ, ਸਾਨੂੰ ਸਾਰਿਆਂ ਨੂੰ, ਖਾਸ ਕਰਕੇ ਜਿਹੜੇ ਪੰਜਾਬੀ ਸਮੁਦਾਇ ਵਾਲੇ, ਤੇ ਸਾਰੇ ਕਿਸਾਨ ਵੀਰ ਤੇ ਸਾਰੇ ਦੇਸ਼ ਵਾਸੀ, ਇਸ ਗੱਲ ਦੀ ਸਾਨੂੰ ਜ਼ਰੂਰ ਸੁਪਰੀਮ ਕੋਰਟ ਨੂੰ ਵਧਾਈ ਦੇਣੀ ਚਾਹੀਦੀ ਹੈ ਕਿ ਜਿੱਥੇ ਪੋਲੀਟੀਸ਼ੀਅਨ ਇਹੋ ਜਿਹੇ ਵੱਡੇ ਕੁਕਰਮ ਨੂੰ ਦਬਾਉਣਾ ਚਾਹੁੰਦੇ ਆ ਔਰ ਇਹੋ ਜਿਹੀਆਂ ਚੀਜ਼ਾਂ ਨੂੰ ਰਾਜਨੀਤੀ ਕਰਕੇ, ਰਾਜਨੀਤਿਕ ਤੌਰ ਤੇ ਰੰਗਤ ਦਿੰਦੇ ਆ, ਇਨਸਾਫ ਦੂਰ ਚਲੇ ਜਾਂਦਾ। ਉੱਥੇ ਉਹੋ ਹੀ ਕੋਰਟ ਜਿੱਥੇ ਕਦੀ ਸਾਨੂੰ ਵੀ ਬੜੀ ਨਿਰਾਸ਼ਾ ਹੁੰਦੀ ਆ, ਪਰ ਇਸ ਕੇਸ ਦੇ ਵਿੱਚ ਅੱਜ ਦੀ ਤਰੀਕ 'ਚ ਇਹਦੇ ਤੇ ਉਹਨਾਂ ਨੇ ਕਾਫੀ, ਕਿ ਇਸ ਦੇਸ਼ ਦੇ ਵਿੱਚ ਵਿਸ਼ਵਾਸ ਲੋਕਾਂ ਦਾ ਕਾਨੂੰਨ ਤੇ ਬਣਾਇਆ, ਔਰ ਇਸ ਗੱਲ ਦੀ ਸਾਨੂੰ ਜ਼ਰੂਰ ਉਹਨਾਂ ਨੂੰ ਵਧਾਈ ਦੇਣੀ ਚਾਹੀਦੀ ਹੈ ਕਿ ਜਿਸ ਕਿਸਮ ਦੀਆਂ ਵੀ ਡਾਇਰੈਕਸ਼ਨਸ ਆ ਰਹੀਆਂ, ਘੱਟੋ ਘੱਟ ਕੋਈ ਤੇ ਮਾਂ ਦਾ ਪੁੱਤ ਹੈ ਅਜੇ ਬਚਿਆ ਹੋਇਆ ਜਿਹੜਾ ਲੋਕਾਂ ਦੇ ਹੱਕ ਦੀ, ਇਨਸਾਫ ਦੀ ਗੁਹਾਰ ਲਾ ਰਿਹਾ। ਬਿਲਕੁਲ ਜੀ, ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਧੰਨਵਾਦ ਤੁਹਾਡਾ ਸੁਖਵਿੰਦਰ ਜੀ, ਤੁਹਾਡੀ ਟੀਮ ਦਾ, ਸਾਡੇ ਸਰੋਤਿਆਂ ਦਾ ਬਹੁਤ ਸ਼ੁਕਰੀਆ ਜੀ। ਸੋ ਮੇਰੇ ਨਾਲ ਮੌਜੂਦ ਸਨ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।